ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ। ਧੰਨ ਵਾਹਿਗੁਰੂ ਜੀ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। ਜਬ ਗੁਰ ਬੋਲੇ ਹੈ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ। जैसे हम सतगुर राख लिए छड़ाए। तू गुर पिता तू है गुर माता। तू गुर बंदप मेरा सखा सखाए। बेशुमार अथाह आगंत अतोल। ज्यों बुलावो त्यों नानक दास बोले। सो कहो टल गुर सेवियै अहनिस सहज सुभाए। दर्शन परस्या गुरु के जन्म मरण दुख जाए। होवै सिफत खसम दे नूर अरसों कुरसों झटिया। तुद डिठै सच्चा पातशाह मल जन्म जन्म दी कटिया। सज्जन सच्चा पातशाह सिर शाहां दे शाहो। जिस पास बैठिया सोहिया सबना दा विसाहो। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਪੰਜਵਾ। ਘਰ ਤੀਜਾ ਦੋ ਪਦੇ ਇੱਕ ਓੰਕਾਰ। ਸਤਿਗੁਰ ਪ੍ਰਸਾਦ ਦੇਹੁ ਸੰਦੇਸਰੋ। ਕਹੀਓ ਪ੍ਰੇਯ ਕਹੀਓ ਬੇਸਮ ਭਾਈ ਮੈਂ ਬਹੁ ਬਿਦ ਸੁਨਤੀ।
ਕਹੋ ਸੁਹਾਗਨ ਸਹੀਓ ਦੇਹੋ ਸੰਦੇਸਰੋ ਕਹੀਓ ਪ੍ਰੇਯ ਕਹੀਓ ਬੇਸਮਾ ਭਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਉ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ ਬਾਰਨ ਨ ਦੀਸਾ ਚਿਹਨ ਨਾ ਲਖੀਆ ਸੁਹਾਗਣ ਸਾਤ ਬੁਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ ਬਦਹੁ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਮ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ। ਉਹ ਪਾਵਨ ਪਵਿੱਤਰ ਅਸਥਾਨ ਜਿਹਨੂੰ ਸਤਿਗੁਰੂ ਮਹਾਰਾਜ ਜੀ ਨੇ ਇਹ ਆਖ ਕੇ ਪਾਵਨ ਬਾਣੀ ਦੇ ਵਿੱਚ ਸਤਿਕਾਰਿਆ ਕਿ ਇਸ ਅਸਥਾਨ ਦੀ ਤੁਲਨਾ ਕਿਸੇ ਦੂਸਰੇ ਅਸਥਾਨ ਨਾਲ ਨਹੀਂ ਹੋ ਸਕਦੀ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜੋ ਪਾਵਨ ਬਚਨ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੇ ਹਨ, ਆਪ ਜੀ ਨੇ ਉਹ ਪਾਵਨ ਬਚਨ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਨ ਕੀਤੇ। ਅੱਜ ਦਾ ਇਹ ਪਾਵਨ ਮਹਾਵਾਕ ਪੰਜਵੇਂ ਗੁਰਦੇਵ ਪਾਤਸ਼ਾਹ ਸ਼ਹੀਦਾਂ ਦੀ ਸਰਤਾਜ ਸਤਿਗੁਰੂ ਬਾਣੀ ਕੇ ਬੋਹਤ ਦੋਹਥਾ ਬਾਣੀ ਕਾ ਬੋਹਥਾ ਤੈ ਜਨਮਤ ਗੁਰਮਤ ਬ੍ਰਹਮ ਪਛਾਨਿਓ। ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਸ਼ਹਾਦਤ ਦੇ ਵੀ ਸਿਖਰ ਨੇ ਤੇ ਜਦੋਂ ਬਾਣੀ ਉਚਾਰਨ ਕੀਤੀ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਬਾਣੀ ਕੇ ਵੀ ਜਹਾਜ਼ ਨੇ। ਪੰਚਮ ਗੁਰਦੇਵ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਨੇ। ਰਾਗ ਜੈਤਸਰੀ ਹੈ
ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 700 ਉੱਪਰ ਅੱਜ ਦੇ ਇਹ ਪਾਵਨ ਬਚਨ ਸਤਿਗੁਰੂ ਮਹਾਰਾਜ ਜੀ ਨੇ ਅੰਕਿਤ ਕੀਤੇ ਹਨ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਵਿੱਚ ਵਰਤੋ, ਤਾਂ ਕਿ ਅਸੀਂ ਅਲਪੱਗ ਜੀਵ ਆਪ ਜੀ ਦੀ ਬਾਣੀ ਨੂੰ ਹਿਰਦੇ ਵਿੱਚ ਵਸਾ ਸਕੀਏ। ਆਪ ਜੀ ਦੀ ਬਾਣੀ ਨੂੰ ਅਸੀਂ ਉਪਦੇਸ਼ ਰੂਪ ਜਾਣ ਕਰਕੇ ਆਪਣੇ ਜੀਵਨ ਦਾ ਮਾਰਗ ਦਰਸ਼ਕ ਬਣਾ ਸਕੀਏ। ਆਓ ਸਾਧ ਸੰਗਤ ਜੀ, ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਆਪ ਸੰਗਤ ਆਸੀਸ ਬਖਸ਼ੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਨ, ਬਾਣੀ ਦੀ ਵਿਚਾਰ ਕਰ ਸਕੀਏ। ਅਦਬ ਪਿਆਰ ਸਤਿਕਾਰ ਦੇ ਨਾਲ ਗੁਰੂ ਚਰਨਾਂ 'ਚ ਆਓ, ਲਵਾਓ ਹਾਜ਼ਰੀ, ਪਿਆਰ ਸਤਿਕਾਰ ਨਾਲ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਸਾਰੇ ਕਰੋ ਜੀ ਕਿਰਪਾ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਘਰ ਤੀਜਾ ਦੋਪਦੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਬਚਨ ਜੈਤ ਸ੍ਰੀ ਰਾਗ ਦੇ ਅੰਦਰ ਉਚਾਰਨ ਕੀਤੇ ਨੇ, ਔਰ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਹੁਕਮ ਹੋਰ ਨਾਲ ਕਰ ਦਿੱਤਾ ਕਿ ਇਸ ਰਾਗ ਨੂੰ ਜਿਵੇਂ ਜੈਤ ਸ੍ਰੀ ਰਾਗ ਦੇ ਵਿੱਚ ਇਸ ਸ਼ਬਦ ਨੂੰ ਗਾਉਣਾ ਹੈ, ਦੂਸਰਾ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਸ ਸ਼ਬਦ ਨੂੰ ਤੀਸਰੇ ਘਰ ਦੇ ਵਿੱਚ ਗਾਉਣਾ ਹੈ। ਔਰ ਨਾਲ ਹੀ ਸਤਿਗੁਰੂ ਮਹਾਰਾਜ ਜੀ ਆਖਦੇ ਨੇ ਦੋ ਪਦੇ। ਦੋ ਪਦੇ ਤੋਂ ਭਾਵ ਹੈ ਕਿ ਇਸ ਪਾਵਨ ਸ਼ਬਦ ਦੇ ਜਿਹੜੇ ਨੇ ਉਹ ਦੋ ਚਰਨ ਨੇ। ਦੋ ਬੰਦਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਇਹ ਪਾਵਨ ਬਚਨ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰਿਸ਼ਟੀ ਦੇ ਵਿੱਚ ਕਈ ਤਰ੍ਹਾਂ ਦੇ ਮੰਗਲ ਜਿਹੜੇ ਨੇ ਉਹ ਕੀਤੇ ਗਏ। ਇਸ ਸੰਸਾਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰਹਿਬਰ ਹੋਏ। ਇਸ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਜਿਨ੍ਹਾਂ ਰਹਿਬਰਾਂ ਦੀ ਗੱਲ ਕੀਤੀ ਗਈ, ਉਹਨਾਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ਼ਾਰਾ ਕਰਦੇ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਉਹ ਤਿੰਨਾਂ ਦੀ ਗੱਲ ਕਰਦੇ ਸੀ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹੀਂ, ਤਿੰਨ ਹੀ ਨਹੀਂ, ਉਹ ਤੇ ਅਨੇਕਾਂ ਹੋ ਸਕਦੇ ਨੇ। ਕਿਉਂਕਿ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਕੇ ਆਖਦੇ ਆ ਕਿ ਕਈ ਮਹੇਸ਼ ਜਿਹੜੇ ਨੇ ਉਹ ਸੰਸਾਰ ਨੂੰ ਸਾਜਣ ਵਾਸਤੇ ਲਾਏ ਨੇ। ਕਈ ਬ੍ਰਹਮੇ ਜਿਹੜੇ ਨੇ ਉਹ ਸੰਸਾਰ ਨੂੰ ਪੈਦਾ ਕਰਦੇ ਨੇ, ਕੋਈ ਇੱਕ ਨਹੀਂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੀ ਇਹ ਸਾਰੀ ਹੀ ਸ਼ਕਤੀ, ਇਹ ਸਾਰੀ ਹੀ એનર્ਜੀ, ਇਹ ਸਾਰੀ ਕਲਾ ਜਿਸ ਤੋਂ ਪ੍ਰਗਟ ਹੁੰਦੀ ਪਈ ਹੈ, ਉਹ ਇੱਕ ਦੋ ਜਾਂ ਤਿੰਨ ਨਹੀਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਕੇਵਲ ਇੱਕ ਹੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਸਾ ਕੀ ਵਾਰ ਦੀ ਪਹਿਲੀ ਪੌੜੀ ਜਦੋਂ ਦਰਸ਼ਨ ਕਰਦੇ ਆ, ਉਹਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਉ, ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾਓ, ਤੂੰ ਜਾਨੋਈ ਸਬਸੇ ਦੇ ਲੈਸੇ ਜਿੰਦ ਕਵਾਓ, ਕਰ ਆਸਨ ਡਿਠੋ ਚਾਉ। ਤੂੰ ਇੱਕ ਹੈ ਤੇ ਤੇਰੇ ਤੋਂ ਹੀ ਇਹ ਸਾਰਾ ਕੁਝ ਪੈਦਾ ਹੋਇਆ। ਤੂੰ ਆਪ ਹੀ ਦਾਤਾ ਬੰਦਾ ਹੈ, ਆਪ ਹੀ ਕਰਤਾ ਬੰਦਾ ਹੈ। ਤੂੰ ਆਪ ਹੀ ਸਾਨੂੰ ਜਿੰਦ ਦੇਣਾ ਹੈ ਤੇ ਆਪ ਹੀ ਸਾਡੀ ਜਿੰਦ ਲੈ ਲੈਣਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈ, ਜਿੰਦੇ ਤੋਂ ਇਹ ਸਾਰੀ ਕਾਇਨਾਤ, ਇਹ ਬ੍ਰਹਿਮੰਡ, ਜੋ ਕੁਝ ਪਸਾਰਾ ਦਿਸਦਾ ਹੈ, ਇਹ ਬਣਿਆ ਹੋਇਆ ਪਸਾਰਾ ਕੇਵਲ ਇੱਕੋ ਪਰਮਾਤਮਾ ਦਾ ਹੈ। ਤੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਪ੍ਰਾਪਤੀ ਦੀ ਗੱਲ ਕਰੀਏ ਤੇ ਪ੍ਰਾਪਤੀ ਕੇਵਲ ਗੁਰ ਪ੍ਰਸਾਦ ਦੇ ਰਾਹੀਂ ਹੁੰਦੀ ਹੈ। ਪ੍ਰਾਪਤੀ ਕੇਵਲ ਗੁਰੂ ਦੀ ਕਿਰਪਾ ਦੇ ਰਾਹੀਂ ਹੁੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਆਖਦੇ ਆ ਕਿ ਸਤਿਗੁਰ ਪ੍ਰਸਾਦ। ਸਤ ਦੇ ਅਰਥ ਵੀ ਹੁੰਦੇ ਨੇ ਕਿ ਸਦੀਵ ਰਹਿਣ ਵਾਲਾ, ਜਿਹੜਾ ਹਮੇਸ਼ਾ ਹੈ, ਜਿਹੜਾ ਕਦੀ ਵੀ ਬਿਨਸਦਾ ਨਹੀਂ ਹੈ। ਦੇਹੋ ਸੰਦੇਸਰੋ
ਕਹੀਓ ਪ੍ਰੇਹ ਕਹੀਓ। ਸੰਦੇਸਰੋ ਦੇ ਅਰਥ ਹੁੰਦੇ ਨੇ ਸਿਨੇਹਾ, ਔਰ ਸੱਚ ਕਰਕੇ ਜਾਣਿਓ ਸਿਨੇਹਾ ਉਹ ਦੇ ਸਕਦਾ ਏ ਕਿ ਜਿਹਨੂੰ ਸਿਨੇਹਾ ਜਿਸ ਪਾਸੇ ਤੋਂ ਲੈ ਕੇ ਜਾਣਾ ਏ ਉਸ ਪਾਸੇ ਦਾ ਵੀ ਪਤਾ ਹੋਵੇ, ਤੇ ਜਿਸ ਪਾਸੇ ਜਾ ਕੇ ਸਿਨੇਹਾ ਦੇਣਾ ਉਸ ਥਾਂ ਦਾ ਵੀ ਗਿਆਨ ਹੋਵੇ। ਸੰਸਾਰ ਦੇ ਵਿੱਚ ਐਸਾ ਕੋਈ ਨਹੀਂ ਹੈ ਕਿ ਜਿਹਨੂੰ ਸੰਸਾਰ ਦਾ ਵੀ ਗਿਆਨ ਹੋਵੇ ਤੇ ਪਰਮਾਤਮਾ ਦੀ ਵੀ ਸਮਝ ਹੋਵੇ। ਇਸ ਕਰਕੇ ਸਤਿਗੁਰ ਮਹਾਰਾਜ ਜੀ ਕਹਿੰਦੇ ਨੇ ਕਿ ਹੇ ਮੇਰੇ ਮਿੱਤਰ, ਹੇ ਮੇਰੀ ਸਖੀ, ਇੱਕ ਕੰਮ ਕਰ, ਮੈਨੂੰ ਉਹ ਸਿਨੇਹਾ ਦੇਣਾ ਕਰ ਜਿੰਦੇ ਕਰਕੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ। ਇਹ ਪਾਵਨ ਬਚਨ ਜਿਹੜੇ ਅੱਜ ਸਤਿਗੁਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਆ ਨਾ, ਇਹਨਾਂ ਬਚਨਾਂ ਨੂੰ ਪ੍ਰਸ਼ਨੋਤਰੀ ਵੀ ਅਸੀਂ ਆਖ ਸਕਦੇ ਹਾਂ, ਕਿਉਂਕਿ ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਇਹਨਾਂ ਪਾਵਨ ਬਚਨਾਂ ਦੇ ਵਿੱਚ ਪ੍ਰਸ਼ਨ ਵੀ ਕਰ ਰਹੇ ਨੇ ਤੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਵੀ ਦਿੰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਬਚਨ ਅਸੀਂ ਪੜ੍ਹਦੇ ਹਾਂ ਕਿ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੁਣ ਦੇਖੋ ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਹੈ। ਪ੍ਰਿੰਸੀਪਲ ਗੰਗਾ ਸਿੰਘ ਜੀ ਆਖਦੇ ਨੇ, ਕਹਿੰਦੇ ਨੇ ਜਿੰਨੀ ਦੇਰ ਤੱਕ ਵਿਛੋੜੇ ਦਾ ਨਹੀਂ ਪਤਾ ਉਨੀ ਦੇਰ ਤੱਕ ਮਿਲਾਪ ਦਾ ਆਨੰਦ ਨਹੀਂ ਆਉਂਦਾ। ਮਿਲਾਪ ਅਸਲ ਦੇ ਵਿੱਚ ਮੰਜ਼ਿਲ ਹੈ, ਮਿਲਾਪ ਅਸਲ ਦੇ ਵਿੱਚ ਸਿਖਰ ਹੈ, ਤੇ ਤੁਰਨਾ ਜਿਹੜਾ ਹੈ ਉਹ ਹੈ ਜਿਸ ਦਿਨ ਸਾਨੂੰ ਵਿਛੋੜੇ ਦਾ ਪਤਾ ਲੱਗ ਜਾਏ। ਜਿੰਨੀ ਦੇਰ ਤੱਕ ਇਹ ਨਹੀਂ ਸਮਝ ਆਉਂਦੀ ਪਈ ਕਿ ਅਸੀਂ ਰੱਬ ਤੋਂ ਵਿਛੜੇ ਹੋਏ ਹਾਂ, ਉਨੀ ਦੇਰ ਤੱਕ ਅਸੀਂ ਮਿਲਣ ਦਾ ਯਤਨ ਕੋਈ ਨਹੀਂ ਕਰਦੇ। ਕਿਉਂਕਿ ਸਤਿਗੁਰ ਮਹਾਰਾਜ ਨੇ ਬਾਰ-ਬਾਰ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਕਿ ਤੂੰ ਵਿਛੜਿਆ ਹੈ ਤੇ ਕਦੋਂ ਤੋਂ ਵਿਛੜ ਕੇ ਆਇਆ ਹੈ। ਮਹਾਰਾਜ ਨੇ ਕਈ ਉਦਾਹਰਨਾਂ ਦਿੱਤੀਆਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜਿਉਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰਨ ਕਾਲ ਇਹ ਦੇਹ ਸੰਜਰੀਆ। ਇਹ ਸਰੀਰ ਜਿਹੜਾ ਹੈ ਨਾ, ਇਹ ਬੜੇ ਚਿਰ ਤੋਂ ਵਿਛੜ ਕੇ ਸਤਿਗੁਰ ਮਹਾਰਾਜ ਜੀ ਕਹਿੰਦੇ ਨੇ ਇਹ ਤੁਰਿਆ ਆਉਂਦਾ ਹੈ। ਤੇ ਜੇਕਰ ਇਹ ਵਿਛੜਿਆ ਨਾ ਹੁੰਦਾ ਤੇ ਬਾਰ-ਬਾਰ ਮਾਫ ਕਰਨਾ, ਸਾਨੂੰ ਜਨਮ ਲੈਣ ਦੀ ਵੀ ਲੋੜ ਨਹੀਂ ਸੀ, ਕਿਉਂਕਿ ਜਿੱਦਨ ਮਿਲਾਪ ਹੋ ਜਾਏ ਉਸ ਤੋਂ ਬਾਅਦ ਵਿੱਚ ਜਨਮ ਕੋਈ ਨਹੀਂ ਹੁੰਦਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਪਾਵਨ ਬਾਣੀ ਦੇ ਵਿੱਚੋਂ ਭਗਤ ਰਵਿਦਾਸ ਸਾਹਿਬ ਜੀ ਆਖਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ। ਇਹਦਾ ਮਤਲਬ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨੇ ਕਿ ਅਸੀਂ ਕਈ ਜਨਮਾਂ ਤੋਂ ਤੇਥੋਂ ਵਿਛੜੇ ਹੋਏ ਹਾਂ। ਸਤਿਗੁਰ ਮਹਾਰਾਜ ਕਿਰਪਾ ਕਰ, ਆ ਜਿਹੜਾ ਹੁਣ ਜਨਮ ਦਿੱਤਾ ਏ, ਇਹ ਜਨਮ ਤੇਰੇ ਕਿਤੇ ਲੇਖੇ ਵਿੱਚ ਲੱਗ ਜਾਏ। ਪਰ ਅਸੀਂ ਜੇਕਰ ਸੰਸਾਰ ਦੇ ਵਿੱਚ ਇਹ ਸੋਚਦੇ ਆ ਨਾ ਕਿ ਖਾਣਾ ਪੀਣਾ ਹੱਸਣਾ ਸੌਣਾ ਇਹ ਸਾਡਾ ਜੀਵਨ ਆ, ਤੇ ਅਸੀਂ ਇਸ ਭੁੱਲ ਦੇ ਵਿੱਚ ਆ, ਕਿਉਂਕਿ ਇਸ ਜੀਵਨ ਤੋਂ ਬਾਅਦ ਵਿੱਚ ਵੀ ਪਾਵਨ ਬਾਣੀ ਸਾਨੂੰ ਸੇਧ ਦੇ ਕੇ ਆਖਦੀ ਆ ਕਿ ਚਾਰ ਪਾਮ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂੰਡ ਲਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਂਦਨ, ਕੋਦੂ ਕੋਪ ਸੁਖਈ ਹੈ, ਸਾਰੋ ਦਿਨ ਡੋਲਤ ਬਨ ਮਹੀਆ, ਅਜਹੂ ਨਾ ਪੇਟ ਅਗਈ ਹੈ, ਜਨ ਭਗਤਨ ਕੋ ਕਹੋ ਨਾ ਮਾਨੋ, ਕੀਓ ਆਪਣੋ ਪਈ ਹੈ। ਭਗਤ ਕਬੀਰ ਸਾਹਿਬ ਨੇ ਉਦਾਹਰਨ ਕੀ ਦਿੰਦੇ ਆ, ਕਹਿੰਦੇ ਨੇ ਦੇਖੋ ਹੁਣ ਸਤਿਗੁਰ ਨੇ ਪਰਮਾਤਮਾ ਨੇ ਸਾਨੂੰ ਬੜੇ ਸੁੱਖ ਦਿੱਤੇ ਆ ਤੇ ਅਸੀਂ ਉਹਨਾਂ ਸੁੱਖਾਂ ਨੂੰ ਮਾਣਦੇ ਪਏ ਹਾਂ। ਚੰਗੇ ਬਿਸਤਰਾਂ ਤੇ ਸੌਂਦੇ ਆ, ਚੰਗੇ ਘਰਾਂ ਦੇ ਵਿੱਚ ਰਹਿੰਦੇ ਆ, ਆਉਣ ਜਾਣ ਵਾਸਤੇ ਸਾਨੂੰ ਸਾਧਨ ਚੰਗੇ ਮਿਲ ਚੁੱਕੇ ਆ। ਪਰ ਸੱਚ ਕਰਕੇ ਜਾਣਿਓ, ਜੇ ਇਸ ਵਾਰ ਇਹ ਜਨਮ ਸਫਲਾ ਨਾ ਹੋਇਆ ਤੇ ਭਗਤ ਕਬੀਰ ਸਾਹਿਬ ਇਹ ਗੱਲ ਆਖਦੇ ਨੇ, ਅੱਜ 2 ਪੈਰ ਨੇ ਤੇਰੇ ਕੋਲ, ਤੂੰ ਅੱਜ ਤੁਰ ਕੇ ਗੁਰਦੁਆਰੇ ਨਹੀਂ ਆ ਸਕਦਾ, ਤੇ ਜਿੱਦਣ 2 ਦੀ ਥਾਂ ਤੇ 4 ਪੈਰ ਹੋਏ ਤੂੰ ਆਉਣਾ ਵੀ ਚਾਹੇ ਤਾਂ ਤੈਨੂੰ ਕਿਸੇ ਨੇ ਆਉਣ ਨਹੀਂ ਦੇਣਾ। ਉਹਨਾਂ ਨੇ ਬਚਨ ਕਹੇ, 4 ਪਾਮ ਦੋਏ ਸਿੰਘ ਗੁੰਗ ਮੁਖ। ਹੁਣ ਸਤਿਗੁਰ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਕਿ ਅਸੀਂ ਕਿੰਨੀਆਂ ਸੋਹਣੀਆਂ ਸਿਰਾਂ ਦੇ ਉੱਤੇ ਦਸਤਾਰਾਂ ਸਜਾਉਂਦੇ ਆ, ਦੁਮਾਲੇ ਸਜਾਉਂਦੇ ਆ, ਦੁਪੱਟੇ ਸਿਰਾਂ ਦੇ ਨਾਲ ਢੱਕਦੇ ਆ, ਦੁਪੱਟਿਆਂ ਦੇ ਨਾਲ ਸਿਰਾਂ ਨੂੰ। ਪਰ ਸਤਿਗੁਰ ਮਹਾਰਾਜ ਦੀ ਬਾਣੀ ਆਖਦੀ ਪਈ ਆ ਕਿ ਇਸ ਸਿਰ ਦੇ ਉੱਤੇ ਜਿੱਥੇ ਸੋਹਣੀਆਂ ਦਸਤਾਰਾਂ ਨੇ, ਜੇ ਇਸ ਸਿਰ ਦੇ ਉੱਤੇ ਸਿੰਘ ਉਗ ਖਲੋਤੇ। ਭਾਵ ਅਗਲੀ ਗੱਲ ਉਹਨਾਂ ਨੇ ਆਖੀ, ਕਹਿੰਦੇ ਨੇ ਕਿੰਨੇ ਸੋਹਣੇ ਤੂੰ ਬਚਨ ਮੁਖ ਤੋਂ ਬੋਲਦਾ ਹੈ, ਕਿੰਨੀਆਂ ਸੋਹਣੀਆਂ ਤੂੰ ਗੱਲਾਂ ਕਰਦਾ ਹੈ, ਪਰ ਸੱਚ ਕਰਕੇ ਜਾਣੀ ਜਿੱਦਣ ਗੁੰਗ ਮੁਖ ਹੋ ਗਿਆ, ਐਡਾ ਵੱਡਾ ਮੂੰਹ ਤੈਨੂੰ ਲਾ ਦਿੱਤਾ, ਫਿਰ ਤੂੰ ਯਤਨ ਕਰਨਾ ਹੈ ਕਿ ਮੈਂ ਕੁਝ ਬੋਲ ਸਕਾਂ, ਤੇਰੇ ਤੋਂ ਬੋਲਿਆ ਵੀ ਨਹੀਂ ਜਾਣਾ।
ਚਾਰ ਪਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਤੇ ਕਹਿੰਦੇ ਨੇ ਊਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ। ਅਸੀਂ ਪਿੰਡਾਂ 'ਚ ਚਲੋ ਰਹਿੰਦੇ ਆ, ਕਿਸਾਨੀ ਦੇ ਨਾਲ ਸੰਬੰਧ ਆ ਜ਼ਿਆਦਾ, ਪੰਜਾਬ ਦੀ ਕਿਸਾਨੀ। ਚਲੋ ਅੱਜ ਵੀ ਅਸੀਂ ਉਹ ਦਿੱਲੀ ਦੀ ਸੜਕਾਂ ਦੇ ਉੱਤੇ ਕਿਸਾਨ ਬੈਠੇ ਹੋਏ ਆਪਣਾ ਹੱਕ ਮੰਗਣ ਵਾਸਤੇ, ਪਰ ਸੱਚ ਕਰਕੇ ਜਾਣਿਓ ਇਹ ਜਿਹੜੀ ਉਦਾਹਰਨ ਹੈ ਇਹ ਵੀ ਕਿਸਾਨ ਤੋਂ ਵੱਧ ਹੋਰ ਕੋਈ ਦੂਜਾ ਨਹੀਂ ਸਮਝ ਸਕਦਾ। ਘਰ ਦੇ ਵਿੱਚ ਬਲਦ ਰੱਖਿਆ ਹੋਵੇ ਨਾ, ਤੇ ਜਦੋਂ ਉਸ ਬਲਦ ਨੂੰ ਬਿਠਾਉਣਾ ਹੋਵੇ ਤੇ ਉਹਦੇ ਮੂੰਹ ਦੇ ਉੱਤੇ ਇੱਕ ਸੋਟਾ ਮਾਰਿਆ ਜਾਂਦਾ ਹੈ। ਲੱਕ ਤੇ ਨਹੀਂ, ਕਮਰ ਤੇ ਨਹੀਂ, ਕਿਤੇ ਹੋਰ ਨਹੀਂ, ਮੂੰਹ ਦੇ ਉੱਤੇ ਸੋਟਾ ਮਾਰ ਕੇ ਉਹਨੂੰ, ਜਦੋਂ ਗੱਡੇ ਦੇ ਨਾਲ ਜੋਨ ਲੱਗਣਗੇ ਉਸ ਵੇਲੇ ਵੀ ਇੱਕ ਸੋਟਾ ਮਾਰਦੇ ਆ, ਤੇ ਜਦੋਂ ਬੈਠੇ ਨੂੰ ਉਠਾਉਣਾ ਹੋਵੇ ਤੇ ਉਦੋਂ ਵੀ ਸੋਟਾ ਮਾਰ ਕੇ ਉਠਾਉਂਦੇ ਆ। ਊਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ। ਤੇ ਜਦੋਂ ਡੰਡਾ ਵੱਜਦਾ ਹੈ ਤੇ ਬਲਦ ਆਪਣਾ ਮੂੰਹ ਲੁਕਾਉਂਦਾ ਹੈ। ਤੇ ਭਾਈ ਭਗਤ ਕਬੀਰ ਸਾਹਿਬ ਜੀ ਇਹ ਗੱਲ ਆਖਦੇ ਆ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਂਦਨ ਕੋਦੂ ਕੋਪ ਸੁਖਈ ਹੈ। ਸੋਨੇ ਪ੍ਰਸ਼ਾਦੇ ਛਕ ਕੇ ਵੀ ਤੂੰ ਅੱਜ ਸ਼ੁਕਰਾਨਾ ਨਹੀਂ ਕਰਦਾ, ਪਰ ਜਿੱਦਣ ਕੋਦਰਾ ਤੇਰੇ ਅੱਗੇ ਪਾਇਆ ਗਿਆ ਤੇ ਜਦੋਂ ਤੇਰੇ ਨੱਕ ਦੇ ਵਿੱਚ ਰੱਸੀ ਨਕੇਲ ਕੱਢ ਦਿੱਤੀ ਗਈ, ਛੇਕ ਮਾਰ ਕੇ ਮੋਢਿਆਂ ਦੇ ਉੱਤੇ ਮਨਾ ਮੂੰਹੀ ਭਾਰ ਲੱਦਿਆ ਗਿਆ, ਉਦੋਂ ਤੈਨੂੰ ਮਹਿਸੂਸ ਹੋਣਾ ਕਿ ਮੈਂ ਕਿੰਨਾ ਸੋਹਣਾ ਜਨਮ ਛੱਡ ਕੇ ਇਸ ਨਖਿੱਧ ਬੈਲ ਦੀ ਬਲਦ ਦੀ ਜੂਨ ਦੇ ਵਿੱਚ ਆ ਗਿਆ ਹਾਂ। ਫਾਟੇ ਨਾਕਨ ਟੂਟੇ ਕਾਂਦਨ ਕੋਦੂ ਕੋਪ ਸੁਖਈ ਹੈ, ਸਾਰੋ ਦਿਨ ਡੋਲਤ ਬਨ ਮਹੀਆ ਅਜ ਹੂੰ ਨਾ ਪੇਟ ਆ ਗਈ ਹੈ। ਕਹਿੰਦੇ ਨੇ ਜਦੋਂ ਬਲਦ ਬਜ਼ੁਰਗ ਹੋ ਜਾਂਦਾ ਹੈ, ਕੰਮ ਭਾਰ ਢੋਣ ਦੇ ਲਾਇਕ ਨਹੀਂ ਰਹਿੰਦਾ, ਘਰ ਵਾਲੇ ਕੀ ਕਰਦੇ ਨੇ, ਉਹਨੂੰ ਫਿਰ ਖੁੱਲਾ ਛੱਡ ਦਿੰਦੇ ਨੇ, ਅਵਾਰਾ ਛੱਡ ਦਿੰਦੇ ਨੇ। ਫਿਰ ਕਹਿੰਦੇ ਨੇ ਸਾਰੋ ਦਿਨ ਡੋਲਤ ਬਨ ਮਹੀਆ ਅਜ ਹੂੰ ਨਾ ਪੇਟ ਆ ਗਈ ਹੈ। ਹੁਣ ਦੰਦ ਵੀ ਕੰਮ ਨਹੀਂ ਕਰਦੇ, ਘਾਹ ਦੀਆਂ ਤਿੜਾਂ ਨੂੰ ਖਿੱਚ ਕੇ ਖਾਣਾ ਚਾਹੁੰਦਾ, ਉਹ ਵੀ ਨਹੀਂ ਖਾਧੀਆਂ ਜਾਂਦੀਆਂ, ਸਾਰਾ ਦਿਨ ਚਰ ਕੇ ਵੀ ਭੁੱਖਾ ਰਹਿ ਜਾਣਾ ਏ, ਪਰ ਜਿੱਦਣ ਰੱਜ ਕੇ ਪ੍ਰਸ਼ਾਦਾ ਛਕਦਾ ਸੀ ਉਦੋਂ ਤੂੰ ਵਾਹਿਗੁਰੂ ਦਾ ਕਦੇ ਸ਼ੁਕਰ ਨਹੀਂ ਕੀਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਅੱਜ ਅਲੰਕਾਰ ਕੀ ਬੰਨਿਆ। ਮਹਾਰਾਜ ਆਰੰਭਤਾ ਦੇ ਵਿੱਚ ਬੇਨਤੀ ਇਹ ਕੀਤੀ, ਕਹਿਣ ਲੱਗੇ ਦੇਹੋ ਸੰਦੇਸਰੋ ਇੱਕ ਸਿਨੇਹਾ ਦੇ ਨਾ ਕਰ। ਹੁਣ ਦੇਖੋ ਸਿਨੇਹਾ ਜਿਹੜਾ ਹੈ ਨਾ, ਅੱਜ ਸੰਸਾਰ ਦੇ ਵਿੱਚ ਚਲੋ ਅਸੀਂ ਟੀਵੀ ਦੇ ਮਾਧਿਅਮ ਰਾਹੀਂ, ਇੰਟਰਨੈਟ ਦੇ ਰਾਹੀਂ ਅੱਜ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਸਰਵਣ ਕਰਦੇ ਆ। ਅੱਜ ਹਰ ਪਿੰਡ ਦੇ ਵਿੱਚ ਕਈ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਔਰ ਹਰ ਗੁਰਦੁਆਰੇ ਦੇ ਵਿੱਚ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਪ੍ਰਕਾਸ਼ ਹੋ ਕੇ ਜਿਹੜੀ ਬਾਣੀ ਪੜ੍ਹੀ ਜਾ ਰਹੀ ਹੈ, ਇਹ ਸਤਿਗੁਰੂ ਮਹਾਰਾਜ ਜੀ ਦੇ ਸੁਨੇਹੇ ਹਨ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਅੰਗ ਜਿਹੜੇ ਬਾਣੀ ਦੇ ਆ ਨਾ, ਸਾਧ ਸੰਗਤ ਜੀ, ਇਹ ਹਰ ਇੱਕ ਸੁਨੇਹਾ ਹੈ, ਪਰ ਅਸੀਂ ਸੁਨੇਹੇ ਸੁਣਦੇ ਪਏ ਆ ਪਰ ਮੰਨਦੇ ਕੋਈ ਨਹੀਂ ਪਏ। ਸੁਨੇਹੇ ਕੇਵਲ ਸੁਣੇ ਹੀ ਜਾ ਰਹੇ ਨੇ, ਮੰਨੇ ਨਹੀਂ ਜਾ ਰਹੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੇਹੋ ਸੰਦੇਸਰੋ ਕਹੀਓ ਪ੍ਰੈ ਕਹੀਓ, ਮੈਨੂੰ ਇਹ ਸੁਨੇਹਾ ਦੱਸ ਕਿ ਮੇਰਾ ਪਤੀ, ਮੇਰਾ ਪਰਮਾਤਮਾ, ਮੇਰਾ ਮਾਲਕ ਉਹ ਕਿਵੇਂ ਮਿਲ ਸਕਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਮੇਰਾ ਮਨ ਲੋਚੇ ਗੁਰੂ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤਿੱਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਮੈਂ ਜਿੰਨੀ ਦੇਰ ਤੱਕ ਮਾਲਕ ਤੇਰਾ ਦਰਸ਼ਨ ਨਹੀਂ ਨਾ ਕਰਦਾ, ਉਨੀ ਦੇਰ ਤੱਕ ਮੇਰੇ ਅੰਦਰ ਠੰਡ ਨਹੀਂ ਪੈਂਦੀ, ਮੇਰੇ ਅੰਦਰ ਪਿਆਸ ਨਹੀਂ ਬੁਝਦੀ। ਤੇ ਸਾਧ ਸੰਗਤ ਜੀ ਦੇਖੋ ਆਪਣੇ ਹਿਰਦੇ ਅੰਦਰ ਝਾਤੀ ਮਾਰ ਕੇ ਕਿ ਅਸੀਂ ਕਿੰਨੇ ਆ ਜਿਨ੍ਹਾਂ ਦੇ ਵਿੱਚ ਅਸੀਂ ਰੋਜ਼ ਬਾਣੀ ਦੇ ਦਰਸ਼ਨ ਕਰਦੇ ਹੋਵਾਂਗੇ। ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਪੰਥ ਦੀ ਪ੍ਰਵਾਨਿਤ ਜਿਹੜੀ ਰਹਿਤ ਮਰਿਆਦਾ, ਉਹਦੇ ਵਿੱਚ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਲਿਖ ਦਿੱਤੀ ਆ ਕਿ ਹਰ ਸਿੱਖ ਆਪਣੇ ਜੀਵਨ ਦੇ ਵਿੱਚ ਸਹਿਜ ਪਾਠ ਰੋਜ਼ ਕਰੇ, ਭਾਵੇਂ ਇੱਕ ਸ਼ਬਦ ਪੜ੍ਹੇ, ਭਾਵੇਂ ਇੱਕ ਅੰਗ ਪੜ੍ਹੇ, ਭਾਵੇਂ ਸਾਰਾ ਦਿਨ ਹੀ ਬਾਣੀ ਪੜ੍ਹੇ, ਪਰ ਬਾਣੀ ਰੋਜ਼ ਜ਼ਰੂਰ ਪੜ੍ਹਨੀ ਆ। ਤੇ ਉਨੀ ਦੇਰ ਤੱਕ ਮੁੱਖ ਦੇ ਵਿੱਚ ਪਾਣੀ ਵੀ ਨਾ ਪਾਵੇ ਜਿੰਨੀ ਦੇਰ ਤੱਕ ਗੁਰੂ ਦੇ ਦਰਸ਼ਨ ਨਹੀਂ ਕਰ ਲੈਂਦੇ। ਹੁਣ ਸਤਿਗੁਰੂ ਮਹਾਰਾਜ ਪਾਵਨ ਬਾਣੀ 'ਚ ਕਿਰਪਾ ਕੀਤੀ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਨਾਮ ਬਿਨਾ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਨ ਮਹਿ ਪਾਏ। ਹੁਣ ਨਾਮ ਹਿਰਦੇ ਵਿੱਚ ਨਹੀਂ, ਗੁਰੂ ਦਾ ਦਰਸ਼ਨ ਨਹੀਂ ਕੀਤਾ, ਬਾਣੀ ਨਹੀਂ ਸੁਣੀ, ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਤੂੰ ਅੰਨ ਆਪਣੇ ਮੂੰਹ ਦੇ ਰਾਹੀਂ ਆਪਣੇ ਪੇਟ ਦੇ ਵਿੱਚ ਪਾਉਂਦਾ ਪਿਆ ਹੈ, ਇਹ ਅੰਨ ਕਿਸੇ ਇਨਸਾਨ ਦੇ ਵਾਂਗੂ ਨਹੀਂ ਤੂੰ ਖਾਂਦਾ ਪਿਆ, ਜਿਉਂ ਕੂਕਰ ਜੂਠਨ ਮਹਿ ਪਾਏ। ਜਿਵੇਂ ਸੱਚੀ ਗੱਲ ਤੇ ਮਹਾਰਾਜ ਇਹ ਆਖਦੇ ਪਏ, ਸ਼ਬਦ ਸਖਤ ਵਰਤੇ, ਕਹਿੰਦੇ ਜਿਵੇਂ ਕੁੱਤਾ ਭਾਂਡਿਆਂ ਦੇ ਵਿੱਚ ਮੂੰਹ ਮਾਰ ਕੇ ਤੇ ਆਪਣਾ ਢਿੱਡ ਤੇ ਭਰ ਲੈਂਦਾ ਏ, ਪਰ ਉਹਦਾ ਜੀਵਨ ਉਹਦੇ ਨਾਲ ਸਫਲਾ ਕੋਈ ਨਹੀਂ ਹੁੰਦਾ।
ਸਤਿਗੁਰ ਮਹਾਰਾਜ ਕਹਿੰਦੇ ਨੇ ਉਹ ਸੁਨੇਹਾ ਦੇਣਾ ਕਰੋ ਜਿਸ ਸੁਨੇਹੇ ਨਾਲ ਮੈਨੂੰ ਪਰਮਾਤਮਾ ਦਾ ਮਿਲਾਪ ਮਿਲ ਜਾਏ। ਸਤਿਗੁਰ ਜੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਕੇ ਆਖਦੇ ਆ, ਕਹਿਣ ਲੱਗੇ ਕੋਈ ਜਨ ਹਰਸਿਉ ਦੇਵੇ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੇ ਪ੍ਰਾਨ ਅਕੋਰ। ਇਹ ਸਿਨੇ ਦੇਣ ਵਾਲੇ ਦੀ ਤਾਂ ਗੱਲ ਮਹਾਰਾਜ ਕਰਦੇ ਆ। ਕੋਈ ਤਾਂ ਹੋਵੇ ਜਿਹੜਾ ਉਹ ਸਿਨਿਆ ਦੇ ਦਵੇ ਜਿੰਦੇ ਕਰਕੇ ਮੈਨੂੰ ਮਾਲਕ ਦੀ ਪ੍ਰਾਪਤੀ ਹੋ ਜਾਏ। ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਅੱਜ ਬਿਲਕੁਲ ਇਹ ਗੱਲ ਸੱਚ ਕਰਕੇ ਮੰਨ ਲਿਓ ਕਿ ਜਿੰਨੀ ਦੇਰ ਤੱਕ ਹਿਰਦੇ ਦੇ ਅੰਦਰ ਪ੍ਰੇਮ ਨਹੀਂ ਨਾ, ਉਨੀ ਦੇਰ ਤੱਕ ਰੱਬ ਦੇ ਸੁਨੇਹੇ ਤੇ ਭਾਵੇਂ ਰੋਜ਼ ਸੁਣਦੇ ਆ, ਉਹ ਸੁਨੇਹਾ ਹਿਰਦੇ ਵਿੱਚ ਨਹੀਂ ਜੇ ਵਸਣਾ। ਬਿਸਮ ਭਈ ਮੈਂ ਬਹੁ ਬਿਦ ਸੁਨਤੇ, ਕਹੋ ਸੁਹਾਗਨ ਸਹੀਓ। ਬਿਸਮ ਦੇ ਅਖਰੀ ਅਰਥ ਹੁੰਦੇ ਨੇ ਵਿਸਮਾਦ ਹੋ ਜਾਣਾ, ਹੈਰਾਨ ਹੋ ਜਾਣਾ, ਕੋਈ ਸੀਮਾ ਨਾ ਰਹਿ ਜਾਣੀ, ਕੋਈ ਸ਼ਬਦ ਨਾ ਰਹਿ ਜਾਣੇ ਜਿਹਨੂੰ ਬਿਆਨ ਕਰ ਸਕੀਏ। ਸਤਿਗੁਰ ਮਹਾਰਾਜ ਕਹਿੰਦੇ ਨੇ ਬਿਸਮ ਭਈ ਮੈਂ ਬਹੁ ਬਿਦ ਸੁਣਤੇ, ਮੈਂ ਪਰਮਾਤਮਾ ਤੇਰੀਆਂ ਗੱਲਾਂ ਸੁਣੀਆਂ, ਇੱਕ ਨਹੀਂ ਕਈ ਤਰੀਕਿਆਂ ਨਾਲ ਤੇਰੀਆਂ ਗੱਲਾਂ ਕਿਸੇ ਨੇ ਦਸੀਆਂ। ਤੇ ਕਹਿੰਦੇ ਨੇ ਬਿਸਮ ਭਈ ਮੈਂ ਬਹੁ ਬਿਦ ਸੁਣਤੇ, ਕਹੋ ਸੁਹਾਗਨ ਸਹੀਓ। ਹੁਣ ਇੱਕ ਗੱਲ ਨੂੰ ਧਿਆਨ ਦੇ ਨਾਲ ਸੋਚਿਓ ਕਿ ਜਿਹੜਾ ਪਤੀ ਦਾ ਸੰਗ ਹੈ ਉਹ ਆਮ ਇਸਤਰੀ ਨਹੀਂ ਜਾਣ ਸਕਦੀ, ਜਾਂ ਉਹ ਨਹੀਂ ਜਾਣ ਸਕਦੀ ਜਿਹੜੀ ਅਜੇ ਤੱਕ ਪਰਨਾਈ ਨਹੀਂ ਗਈ, ਜਿਹਨੂੰ ਅਜੇ ਤੱਕ ਪਤੀ ਪਰਮਾਤਮਾ ਦੀ ਸੇਧ ਪ੍ਰਾਪਤ ਨਹੀਂ ਹੋਈ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਕਹੋ ਸੁਹਾਗਨ ਸਹੀਓ। ਅਸਲ ਮਾਰਗ ਉਹੀ ਦੱਸ ਸਕਦਾ ਹੈ ਜਿਹਨੇ ਹਿਰਦੇ ਵਿੱਚ ਰੱਬ ਨੂੰ ਮਾਨਿਆ। ਸੁਹਾਗਨ ਤੋਂ ਬਗੈਰ ਕਿਹਨੂੰ ਪਤਾ ਹੋ ਸਕਦਾ ਹੈ ਕਿ ਪਤੀ ਦਾ ਸੰਗ ਕੀ ਹੁੰਦਾ ਹੈ। ਅੱਜ ਅਸੀਂ ਸੰਗ ਤਾਂ ਪਤੀ ਦਾ ਕਰਨਾ ਚਾਹੁੰਦੇ ਆ, ਪਰ ਅਸੀਂ ਸੰਗ ਸਾਡਾ ਪਤਾ ਕਿੱਥੇ ਆ ਕੇ ਟਿਕ ਗਿਆ, ਦੁਨਿਆਵੀ ਲੋੜਾਂ ਤੇ ਆ ਕੇ ਟਿਕ ਗਿਆ ਕਿ ਸਾਡਾ ਰੁਤਬਾ ਜਿਹੜਾ ਹੈ ਉਹ ਵੱਡਾ ਹੋ ਜਾਵੇ। ਸਾਡਾ ਇਹ ਸੰਗ ਕਿੱਥੇ ਆ ਕੇ ਟਿਕ ਗਿਆ ਕਿ ਦੁਨੀਆ ਦੇ ਵਿੱਚ ਸਾਡਾ ਨਾਮ ਹੋ ਜਾਏ। ਇਹ ਸੰਗ ਕਿੱਥੇ ਆ ਕੇ ਟਿਕ ਗਿਆ ਕਿ ਸਾਡਾ ਘਰ ਸਾਡਾ ਕਾਰੋਬਾਰ ਵੱਡਾ ਹੋ ਜਾਏ। ਇਹ ਸੰਗ ਕਿੱਥੇ ਆ ਕੇ ਟਿਕ ਗਿਆ? ਇਹ ਸੰਗ ਇੱਥੇ ਆ ਕੇ ਟਿਕ ਗਿਆ ਕਿ ਸਾਡੇ ਕੋਲ ਧਨ ਦੌਲਤ ਬੇਸ਼ੁਮਾਰ ਹੋ ਜਾਏ। ਪਤੀ ਦਾ ਸੰਗ ਤੇ ਚਾਹੁੰਦੇ ਆ, ਪਰ ਸੰਗ ਨਹੀਂ ਕੱਲਾ ਚਾਹੁੰਦੇ, ਅਸੀਂ ਸੰਗ ਦੀ ਥਾਂ ਤੇ ਆ ਦੁਨੀਆ ਦੀਆਂ ਸ਼ੌਹਰਤਾਂ ਚਾਹੁੰਦੇ ਪਏ ਆ, ਦੁਨੀਆ ਦੇ ਸੁੱਖ ਚਾਹੁੰਦੇ ਪਏ ਆ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੇ ਸੰਗ ਮੰਨਣਾ ਤੇ ਉਹਨਾਂ ਨੂੰ ਪੁੱਛ ਕੇ ਦੇਖ, ਉਹਨਾਂ ਸੁਹਾਗਨਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ ਨੇ ਪਤੀ ਦਾ ਸੰਗ ਮਾਨਿਆ ਹੈ। ਰਹਾਉ ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਕਿਸੇ ਨੇ ਕਹਿ ਦਿੱਤਾ ਰੱਬ ਆਪਣੀ ਥਾਂ ਤੇ ਹੈ, ਕੋਈ ਕਹਿੰਦਾ ਹੈ ਕਿ ਰੱਬ ਜਿਹੜਾ ਹੈ ਉਹ ਸਤਵੇਂ ਅਸਮਾਨ ਦੇ ਉੱਤੇ ਬੈਠਾ। ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਜਪਜੀ ਸਾਹਿਬ ਦੇ ਵਿੱਚ ਆਖਦੇ ਆ ਨਾ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਤੇ ਸਤਿਗੁਰੂ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕਰਕੇ ਇਸਲਾਮ ਵਾਲੇ ਇਹ ਗੱਲ ਆਖਦੇ ਸੀ ਕਿ ਹਜ਼ਰਤ ਮੁਹੰਮਦ ਸਾਹਿਬ ਆਖ ਕੇ ਗਏ ਆ ਕਿ 7 ਹੀ ਪਤਾਲ ਨੇ ਤੇ 7 ਆਕਾਸ਼ ਨੇ, ਤੇ ਉਹ ਪਰਮਾਤਮਾ ਜਿਹੜਾ ਹੈ ਉਹ 7ਵੇਂ ਅਸਮਾਨ ਤੇ ਰਹਿੰਦਾ ਪਿਆ ਹੈ। ਕੋ ਕਹਿ ਤੋ ਸਭ ਬਾਹਰ ਬਾਹਰ। ਹੁਣ ਕੋਈ ਤਾਂ ਇਹ ਗੱਲ ਆਖਦਾ ਪਿਆ ਹੈ ਕਿ ਰੱਬ ਬਾਹਰ ਹੈ, ਰੱਬ ਉਹ ਫਲਾਨੀ ਥਾਂ ਤੇ ਹੈ, ਰੱਬ ਫਲਾਨੇ ਪਹਾੜ ਤੇ ਹੈ, ਫਲਾਨੇ ਤੀਰਥ ਤੇ ਹੈ। ਕੋ ਕਹਿ ਤੋ ਸਭ ਮਹੀਓ, ਕਹਿੰਦੇ ਨੇ ਕੋਈ ਇਹ ਗੱਲ ਆਖਦਾ ਨਹੀਂ, ਉਹ ਤੇ ਅੰਦਰ ਹੈ। ਹੁਣ ਸਤਿਗੁਰੂ ਮਹਾਰਾਜ ਵਿਸ਼ਾਲਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਤਾਂ ਸਾਡਾ ਹਿਰਦਾ, ਅਸੀਂ ਆਪਣੇ ਮਨ ਨੂੰ ਇੰਨਾ ਕੁ ਨੀਵਾਂ ਕਰ ਲਿਆ, ਇੰਨਾ ਕੁ ਅਸੀਂ ਆਪਣੇ ਮਨ ਨੂੰ ਸੁੰਗੜਾ ਲਿਆ ਹੈ ਕਿ ਅਸੀਂ ਪਰਮਾਤਮਾ ਨੂੰ ਇੱਕ ਥਾਂ ਤੇ ਕੈਦ ਕਰਕੇ ਰੱਖਣਾ ਚਾਹੁੰਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹਸਤੀ ਕੀਟੀ ਤਿਰਲੋ ਆਦੰ ਏਕ ਅਖੰਡਸ ਬਸੇ ਅਨਾਦੰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਛੋਟੀ ਜੀ ਕੀੜੀ ਤੋਂ ਲੈ ਕਰਕੇ ਹਾਥੀ ਤੱਕ, ਤੀਲੇ ਤੋਂ ਲੈ ਕੇ ਪਹਾੜ ਤੱਕ ਉਹ ਵਾਹਿਗੁਰੂ ਜਿਹੜਾ ਹੈ ਉਹ ਹਰ ਥਾਂ ਤੇ ਵਸਦਾ ਪਿਆ ਹੈ। ਹਸਤੀ ਕੀਟੀ ਤਿਰਲੋ ਆਦੰ ਏਕ ਅਖੰਡਸ ਬਸੇ ਅਨਾਦੰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਤਿਗੁਰੂ ਮਹਾਰਾਜ ਪਾਤਸ਼ਾਹ ਇਹ ਬਚਨ ਆਖਦੇ ਆ ਕਿ ਮਾਨਸ ਕੀ ਜਾਤ ਸਭੇ
ਏਕੇ ਪਹਿਚਾਨ ਬੋ। ਸਤਿਗੁਰ ਮਹਾਰਾਜ ਇਹ ਬਚਨ ਆਖਦੇ ਪਏ ਆ। ਸਤਿਗੁਰ ਮਹਾਰਾਜ ਕਹਿੰਦੇ ਨੇ ਜ਼ਮੀਨ ਜ਼ਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਹੁਣ ਇਹ ਤੇ ਨਹੀਂ ਨਾ ਕਿ ਜਿਹੜਾ ਵੱਡਾ ਹੋਏਗਾ ਅਮੀਰ ਹੋਏਗਾ ਉਹਦੇ ਵਿੱਚ ਰੱਬ ਜ਼ਿਆਦਾ ਹੋ ਸਕਦਾ ਹੈ ਤੇ ਗਰੀਬ ਵਿੱਚ ਥੋੜਾ ਘੱਟ ਹੋ ਸਕਦਾ ਹੈ। ਮਹਾਰਾਜ ਕਹਿੰਦੇ ਨੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਹੁਣ ਦੇਖੋ, ਚੋਰ ਦੇ ਵਿੱਚ ਵੀ ਰੱਬ ਹੈ ਤੇ ਸੰਤ ਦੇ ਵਿੱਚ ਵੀ ਰੱਬ ਹੈ। ਇੱਕ ਗੱਲ ਨੂੰ ਸਿਰਫ ਇਹ ਸਮਝਣ ਦੀ ਭਾਵਨਾ ਹੈ ਕਿ ਚੋਰ ਕੇਵਲ ਉਸ ਗੱਲ ਨੂੰ ਪ੍ਰਗਟ ਨਹੀਂ ਕਰ ਸਕਿਆ, ਸਮਝ ਨਹੀਂ ਸਕਿਆ। ਹੱਥ ਪੈਰ ਕੰਨ ਨੱਕ ਮੂੰਹ ਆ ਸਰੀਰਕ ਅੰਗ ਤੇ ਸੰਤ ਦੇ ਵਰਗੇ ਉਹਨੂੰ ਮਿਲ ਗਏ, ਪਰ ਉਹਨੇ ਇਹ ਖੋਜ ਨਹੀਂ ਅੰਤਰਾਤਮੇ ਕੀਤੀ ਕਿ ਮੈਂ ਮਹਿਸੂਸ ਕਰ ਸਕਾਂ ਕਿ ਮੇਰੇ ਅੰਦਰ ਵੀ ਰੱਬ ਬੈਠਾ ਹੋਇਆ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਅਸੀਂ ਪੜ੍ਹਦੇ ਪਏ ਹਾਂ ਕਿ ਮਹਾਰਾਜ ਹਰ ਇੱਕ ਦੇ ਵਿੱਚ ਹੈ। ਰਬਿੰਦਰ ਨਾਥ ਟੈਗੋਰ, ਉਹਨਾਂ ਨੂੰ ਕਿਸੇ ਚੇਲੇ ਨੇ ਉਹਨਾਂ ਦੇ ਨੇ ਪੁੱਛ ਲਿਆ, ਕਹਿਣ ਲੱਗੇ ਸੰਤ ਜੀ ਇਹ ਗੱਲ ਦੱਸੋ ਕਿ ਰੱਬ ਜਿਹੜਾ ਹੈ ਉਹ ਚੰਗਿਆਂ ਪੁਰਸ਼ਾਂ ਦੇ ਵਿੱਚ ਹੁੰਦਾ ਹੈ ਕਿ ਮਾੜਿਆਂ ਦੇ ਵਿੱਚ ਵੀ ਹੋ ਸਕਦਾ ਹੈ। ਅੱਜ ਵੀ ਅਸੀਂ ਕਈ ਵਾਰੀ ਨਫ਼ਰਤ ਕਰ ਲੈਂਦੇ ਹਾਂ ਨਾ, ਕੋਈ ਗਰੀਬ ਹੋਵੇ ਕੋਈ ਮਾੜਾ ਹੋਵੇ ਜਾਂ ਕਿਸੇ ਦੇ ਅੰਦਰ ਕੋਈ ਔਗਣ ਹੋਵੇ। ਔਰ ਰਬਿੰਦਰ ਨਾਥ ਟੈਗੋਰ ਕਹਿੰਦਾ ਜਵਾਬ ਤੇ ਤੁਹਾਨੂੰ ਮੈਂ ਜ਼ਰੂਰ ਦਿੰਦਾ, ਪਰ ਅੱਜ ਨਹੀਂ ਕਿਸੇ ਦਿਨ ਜ਼ਰੂਰ ਦੇਵਾਂਗਾ, ਇਸ ਦਾ ਉੱਤਰ ਜ਼ਰੂਰ ਦੇਵਾਂਗਾ। ਤੁਰੇ ਜਾਂਦੇ ਪਏ ਨੇ ਤੇ ਰਸਤੇ ਦੇ ਵਿੱਚ ਕੀ ਦੇਖਿਆ ਕਿ ਇੱਕ ਚਿੱਕੜ ਪਾਣੀ ਦਾ ਇੱਕ ਟੋਆ ਉਹ ਭਰਿਆ ਪਿਆ ਹੈ ਚਿੱਕੜ ਦੇ ਨਾਲ, ਤੇ ਉਹਦੇ ਵਿੱਚੋਂ ਬਦਬੂ ਵੀ ਆ ਰਹੀ ਹੈ, ਕਿਰਮ ਵੀ ਉਹਦੇ ਵਿੱਚ ਤੁਰੇ ਫਿਰਦੇ ਨੇ। ਰਬਿੰਦਰ ਨਾਥ ਟੈਗੋਰ ਉਸ ਕੰਢੇ ਦੇ ਉੱਤੇ ਖੜੇ ਹੋ ਗਏ ਤੇ ਕਿੰਨੀ ਦੇਰ ਉਸ ਟੋਏ ਵੱਲ, ਉਸ ਚਿੱਕੜ ਵੱਲ ਵੇਖੀ ਗਏ। ਹੁਣ ਨਾਲ ਦੇ ਚੇਲੇ ਜਿਹੜੇ ਸਨ ਪਹਿਲੋਂ ਤੇ ਚੁੱਪ ਕਰਕੇ ਖਲੋਤੇ ਰਹਿ ਕੇ ਹੁਣ ਤੁਰਨਗੇ ਹੁਣ ਤੁਰਨਗੇ। ਜਦੋਂ ਨਾ ਤੁਰੇ ਤੇ ਕਹਿਣ ਲੱਗੇ ਰਬਿੰਦਰ ਨਾਥ ਟੈਗੋਰ ਨੂੰ, ਸੰਤ ਜੀ ਤੁਰਦੇ ਕਿਉਂ ਨੇ, ਇੱਥੇ ਕਿਉਂ ਖਲੋਤੇ? ਕਹਿੰਦੇ ਤੁਸੀਂ ਦੇਖਿਆ ਨਹੀਂ, ਇਹ ਤੇ ਤੁਹਾਡੇ ਸਵਾਲ ਦਾ ਉੱਤਰ ਹੈ। ਉਹ ਕਹਿੰਦੇ ਕਿਹੜੇ ਸਵਾਲ ਦਾ, ਕਿਵੇਂ ਉੱਤਰ? ਕਹਿੰਦੇ ਦੇਖੋ ਸੂਰਜ ਚੜਿਆ ਹੈ ਨਾ। ਕਹਿੰਦੇ ਹਾਂ ਬਿਲਕੁਲ ਚੜਿਆ, ਉਹਦੀਆਂ ਕਿਰਨਾਂ ਧਰਤੀ ਤੱਕ ਪਹੁੰਚੀਆਂ, ਬਿਲਕੁਲ ਪਹੁੰਚੀਆਂ। ਕਹਿੰਦੇ ਨੇ ਇਸ ਚਿੱਕੜ ਦੇ ਉੱਪਰ ਵੀ ਤਾਂ ਉਹ ਕਿਰਨਾਂ ਡਿੱਗਦੀਆਂ ਪਈਆਂ ਹੈ ਨਾ। ਕਹਿੰਦੇ ਹਾਂ ਬਿਲਕੁਲ ਡਿੱਗਦੀਆਂ ਨੇ। ਤੇ ਕਹਿਣ ਤੋਂ ਕੀ ਭਾਵ ਤੁਹਾਡੇ? ਕਹਿੰਦੇ ਇਹ ਦੱਸੋ ਕਿ ਕਿਰਨਾਂ ਇਸ ਚਿੱਕੜ ਦੇ ਨਾਲ ਮੈਲੀਆਂ ਹੋ ਰਹੀਆਂ ਨੇ ਕਿ ਨਹੀਂ? ਉਹ ਕਹਿੰਦੇ ਬਿਲਕੁਲ ਨਹੀਂ। ਕਹਿੰਦੇ ਸੱਚ ਕਰਕੇ ਜਾਣੋ ਉਹ ਪਰਮਾਤਮਾ ਬੈਠਾ ਸਾਰਿਆਂ ਦੇ ਵਿੱਚ ਹੈ, ਪਰ ਇਹ ਸਾਡੀ ਅਗਿਆਨਤਾ ਹੈ ਕਿ ਅਸੀਂ ਉਹਨੂੰ ਜਾਣ ਨਹੀਂ ਸਕੇ। ਉਹ ਤੇ ਹਰ ਹਿਰਦੇ ਵਿੱਚ ਬੈਠਾ ਹੋਇਆ ਵੀ ਨਿਰਲੇਪ ਹੋ ਕੇ ਬੈਠ ਜਾਂਦਾ ਹੈ। ਕੋ ਕਹਿ ਤੋ ਸਭ ਬਾਹਰ ਬਾਹਰ। ਹੁਣ ਕਹਿੰਦੇ ਨੇ ਕੋਈ ਤਾਂ ਇਹ ਆਖਦਾ ਏ, ਇਹ ਪ੍ਰਸ਼ਨ ਹੈ, ਕੋਈ ਇਹ ਗੱਲ ਆਖਦਾ ਏ ਕਿ ਉਹ ਰੱਬ ਬਾਹਰ ਹੈ, ਕਿਤੇ ਦੂਰ ਦਰਾਡੇ ਹੈ। ਕੋ ਕਹਿ ਤੋ ਸਭ ਮਹੀਓ, ਤੇ ਕੋਈ ਇਹ ਗੱਲ ਆਖੀ ਜਾਂਦਾ ਨਹੀਂ ਬਾਹਰ ਨਹੀਂ, ਜੇ ਰੱਬ ਨੂੰ ਮਿਲਣਾ ਤੇ ਮੇਰੇ ਕੋਲ ਆਓ, ਮੈਂ ਅੰਦਰ ਲੁਕਾ ਕਰਕੇ ਉਹਨੂੰ ਰੱਖਿਆ ਹੈ। ਵਰਨ ਨ ਦੀਸੈ ਚਿਹਨ ਨ ਲਖੀਆ, ਸੁਹਾਗਨ ਸਾਤ ਬੁਝਹੀਓ। ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਆਖਦੇ ਆ, ਕਹਿੰਦੇ ਨੇ ਉਹ ਰੱਬ ਦਿਸਦਾ ਕਿਉਂ ਨਹੀਂ, ਉਹ ਮਿਲਦਾ ਕਿਉਂ ਨਹੀਂ? ਕਹਿੰਦੇ ਨੇ ਉਹਦਾ ਕੋਈ ਵਰਨ ਨਹੀਂ ਹੈ, ਉਹਦੀ ਕੋਈ ਜਾਤ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ ਚੱਕਰ ਚਹਿਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹ, ਰੂਪ ਰੰਗ ਅਰ ਰੇਖ ਭੇਖ ਕੋ ਕਹੈ ਸਖਤ ਨਾ ਕਹਿ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ, ਕੋਟ ਇੰਦਰ ਇੰਦਰਾਨ ਸ਼ਾਹੋ ਸ਼ਹਾਨ ਗਨਿਜੇ। ਸਤਿਗੁਰ ਮਹਾਰਾਜ ਕਹਿੰਦੇ ਨੇ ਉਹਦਾ ਤੇ ਕੋਈ ਰੂਪ ਰੰਗ ਚੱਕਰ ਚਿਹਨ ਜਾਤ ਪਾਤ ਕੁਝ ਵੀ ਨਹੀਂ ਹੈ। ਕਿਵੇਂ ਅਸੀਂ ਦੇਖਾਂਗੇ ਉਸ ਨੂੰ? ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ, ਨਾ ਤੇ ਉਹਦੀ ਕੋਈ ਮਾਂ ਨਾ ਪਿਤਾ ਨਾ ਜਾਤ ਨਾ ਕੋਈ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਜਿਹਨੂੰ ਅਸੀਂ ਸੰਸਾਰਿਕ ਤੌਰ ਤੇ ਦੇਖ ਸਕੀਏ। ਸਤਿਗੁਰ ਮਹਾਰਾਜ ਇਸ ਤਰ੍ਹਾਂ ਵੀ ਆਖਦੇ ਨੇ, ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸ਼ਿਆਮੰ, ਉਹ ਤਾਂ ਕੇਵਲ ਅਚਰਜ ਰੂਪ ਹੈ। ਤੇ ਸਤਿਗੁਰ ਮਹਾਰਾਜ ਜੀ ਇੱਥੇ ਕਿਰਪਾ ਕਰਦੇ ਆ ਕਿ ਵਰਨ ਨਾ ਦਿਸ ਹੈ, ਉਹਦਾ ਕੋਈ ਵਰਨ ਨਹੀਂ ਦਿਖਾਈ ਦਿੰਦਾ, ਉਹਦਾ ਕੋਈ ਖਾਸ ਕੋਈ ਰੂਪ ਰੰਗ ਨਹੀਂ ਹੈ। ਵਰਨ ਨਾ ਦਿਸ ਹੈ ਚਿਹਨ ਨਾ ਲਖੀਐ, ਚਿਹਨ ਤੋਂ ਭਾਵ ਚੱਕਰ ਚਿਹਨ, ਉਹਦੇ ਹੱਥ ਨਹੀਂ, ਉਹਦੇ ਹੱਥਾਂ ਦੀਆਂ ਲਕੀਰਾਂ ਨਹੀਂ, ਕਿਉਂਕਿ ਪਰਮਾਤਮਾ ਜਿਹੜਾ ਹੈ ਨਾ ਉਹ ਜੋਤ ਸਰੂਪ ਹੈ, ਉਹ ਸ਼ਕਤੀ ਦਾ ਰੂਪ ਹੈ, ਉਹ ਕੋਈ ਵਿਅਕਤੀ ਨਹੀਂ ਆ, ਉਹ ਕੇਵਲ ਸ਼ਕਤੀ ਆ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਵਰਨ ਨਾ ਦਿਸੈ
ਚਿਹਨ ਨਾ ਲਖੀਐ, ਸੁਹਾਗਨ ਸਾਤ ਬੁਝਹਿਓ। ਸਾਤ ਤੋਂ ਭਾਵ ਹੈ ਕਿ ਸੱਚ ਕਰਕੇ ਜੇਕਰ ਕਿਸੇ ਨੂੰ ਪਤਾ ਹੈ ਨਾ ਕਿ ਉਹ ਰੱਬ ਕਿਵੇਂ ਦਾ ਹੈ, ਕਹਿੰਦੇ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਬੁੱਝ ਲਿਆ, ਜਿਨ੍ਹਾਂ ਨੇ ਜਾਣ ਲਿਆ। ਇੱਥੇ ਤਾਂ ਸੰਸਾਰ ਦੇ ਵਿੱਚ ਲੋਕ ਜਿਹੜੇ ਆ ਨਾ, ਉਹਨਾਂ ਨੇ ਜਾਣਿਆ ਵੀ ਕੋਈ ਨਹੀਂ ਹੁੰਦਾ, ਤੇ ਉਹ ਆ ਕੇ ਆਉਂਦੇ ਨੇ ਤੇ ਸਾਨੂੰ ਕਹਿੰਦੇ ਨੇ ਆਓ ਅਸੀਂ ਦੱਸਦੇ ਹਾਂ ਕਿ ਰੱਬ ਮਿਲਦਾ ਕਿਵੇਂ ਆ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੱਦਣ ਕਿਸੇ ਨੂੰ ਰੱਬ ਮਿਲ ਜਾਂਦਾ ਹੈ, ਸ਼ੇਖ ਸਾਦੀ ਕਹਿੰਦੇ ਨੇ ਉਹ ਰੱਬ ਨੂੰ ਮਿਲੇ, ਪਰਮਾਤਮਾ ਦੇ ਨਾਲ ਮਿਲਾਪ ਹੋਇਆ ਉਹਨਾਂ ਦਾ, ਤੇ ਜਦੋਂ ਵਾਪਸ ਆਏ ਉਸ ਆਨੰਦ ਦੇ ਵਿੱਚੋਂ, ਸਮਾਧੀ ਤੋਂ ਵਾਪਸ ਉਹ ਪਰਤੇ ਆ, ਉਸ ਆਨੰਦ ਤੋਂ ਵਾਪਸ ਆਉਂਦੇ ਆ, ਤੇ ਕਹਿੰਦੇ ਨੇ ਉਹਨਾਂ ਨੂੰ ਪੁੱਛਿਆ ਸੀ, ਕਹਿੰਦੇ ਨੇ ਦੱਸੋ ਉਹ ਰੱਬ ਕਿਵੇਂ ਦਾ? ਕਹਿੰਦੇ ਨੇ ਮੈਂ ਸੱਚ ਕਰਕੇ ਦੱਸਾਂ, ਜਦੋਂ ਮੈਂ ਗਿਆ ਸੀ ਨਾ, ਹੈ ਤਾਂ ਮੈਂ ਬੜਾ ਸਿਆਣਾ, ਪਰ ਮੈਂ ਜਦੋਂ ਗਿਆ ਉੱਥੇ ਜਾ ਕੇ ਸਾਰੀ ਸੁੱਧ ਬੁੱਧ ਭੁੱਲ ਗਈ। ਉੱਥੇ ਜਾ ਕੇ ਇਹ ਨਹੀਂ ਚੇਤਾ ਰਿਹਾ ਕਿ ਮੈਂ ਕੌਣ ਆ, ਕੇਵਲ ਉਹਦੇ ਸਰੂਪ ਨੂੰ ਦੇਖ ਕੇ ਮੈਂ ਵਿਸਮਾਦ ਹੋ ਗਿਆ। ਤੇ ਕਹਿੰਦੇ ਜਦੋਂ ਵਾਪਸ ਆਇਆ, ਹੁਣ ਹਾਲਤ ਇਹ ਆ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗੇ ਨੂੰ ਗੁੜ ਖਵਾਓ, ਮਠਿਆਈ ਖਵਾ ਦਿਓ, ਤੇ ਉਹ ਹੁਣ ਮੁਸਕਰਾ ਕੇ ਤਾਂ ਦੱਸ ਸਕਦਾ ਹੈ ਕਿ ਸਵਾਦ ਬੜਾ ਆਇਆ, ਪਰ ਉਹ ਇਹ ਨਹੀਂ ਦੱਸ ਸਕਦਾ ਕਿ ਸਵਾਦ ਹੈ ਕਿਵੇਂ ਦਾ ਸੀ। ਗੁਰੂ ਸਾਹਿਬ ਕਹਿੰਦੇ ਨੇ ਇਹ ਇਵੇਂ ਦੀ ਅਵਸਥਾ ਹੁੰਦੀ ਆ, ਜਿਨ੍ਹਾਂ ਨੇ ਜਾਣ ਲਿਆ ਹੈ ਨਾ ਅਸਲ ਦੇ ਵਿੱਚ, ਉਹ ਜਦੋਂ ਉਸ ਜਾਣੇ ਹੋਏ ਦੀਆਂ ਗੱਲਾਂ ਦੱਸਦੇ ਆ ਨਾ, ਤੇ ਸੰਸਾਰੀ ਸੁਣ ਕੇ ਕਹਿੰਦਾ ਨਹੀਂ ਇਹ ਤਾਂ ਐਵੇਂ ਹੀ ਗੱਲ ਕਰਦੇ ਹੋਣਗੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ 'ਚ ਭਗਤ ਕਬੀਰ ਸਾਹਿਬ ਦੇ ਅਸੀਂ ਬਚਨ ਪੜ੍ਹਦੇ ਹਾਂ। ਭਗਤ ਕਬੀਰ ਸਾਹਿਬ ਉਹ ਪਰਮਾਤਮਾ ਦੇ ਵਿੱਚ ਇੱਕ ਮਿਕ ਹੋਏ ਨੇ, ਤੇ ਜਦੋਂ ਇੱਕ ਮਿਕ ਹੋਏ ਤੇ ਸੰਸਾਰ ਵਾਲੇ ਜਿਹੜੇ ਸਨ ਨਾ, ਉਹ ਆਖਦੇ ਸੀ ਕਿ ਇਹ ਨੀਵੀਂ ਜਾਤ ਵਾਲਾ ਰੱਬ ਨੂੰ ਕਿਵੇਂ ਪ੍ਰਾਪਤ ਕਰ ਗਿਆ। ਉੱਥੇ ਭਗਤ ਕਬੀਰ ਸਾਹਿਬ ਨੂੰ ਕਹਿੰਦੇ ਨੇ ਰੱਬ ਕਿਵੇਂ ਦਾ, ਕਿਵੇਂ ਜਾ ਕੇ ਮਿਲੇ? ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਹੁਣ ਕਹਿੰਦੇ ਨੇ ਰਾਮ ਕਿਵੇਂ ਦਾ ਸੀ? ਉਹ ਕਹਿੰਦੇ ਨੇ ਰਾਮ ਨੂੰ ਦੇਖਣਾ ਤੇ ਕਬੀਰ ਨੂੰ ਦੇਖ ਲਓ, ਬਸ ਇੱਕ ਹੀ ਗੱਲ ਆ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ। ਸਤਿਗੁਰੂ ਮਹਾਰਾਜ ਹਰ ਤੇ ਹਰੀ ਦਾ ਜਨ ਇੱਕ ਜਿਹਾ ਹੁੰਦਾ ਹੈ, ਫਰਕ ਕੋਈ ਨਹੀਂ ਰਹਿ ਜਾਂਦਾ। ਸਿੱਖ ਗੁਰੂ, ਗੁਰੂ ਸਿੱਖ ਦੋਏ ਹੈ ਇੱਕੋ। ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸਤਿਗੁਰੂ ਮਹਾਰਾਜ ਕਹਿੰਦੇ ਨੇ ਖਾਲਸਾ ਇਵੇਂ ਮੇਰਾ ਏ, ਖਾਲਸਾ ਸਰੀਰ ਹੋਵੇ, ਮੈਂ ਸਰੀਰ ਹਾਂ, ਤੇ ਖਾਲਸਾ ਮੇਰੀ ਜਾਨ ਹੋਵੇ। ਖਾਲਸਾ ਮੇਰੀ ਜਾਨ ਕੀ ਜਾਨ। ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚ ਕਰਕੇ ਉਹਨੂੰ ਪਹਿਚਾਨ ਲਿਆ, ਮਿਲ ਲਿਆ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਵਰਨ ਨਾ ਦਿਸੈ, ਚਿਹਨ ਨਾ ਲਖੀਏ। ਉਹਨਾਂ ਨੂੰ ਫਿਰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਨੂੰ ਅਸੀਂ ਵਰਨਾਂ 'ਚ ਨਹੀਂ ਲੱਭ ਸਕਦੇ, ਪਰਮਾਤਮਾ ਦੇ ਨਾਲ ਅਸੀਂ ਜਾਤ ਨਹੀਂ ਜੋੜ ਸਕਦੇ ਕਿ ਉਹ ਖੱਤਰੀ ਸੀ, ਉਹ ਬ੍ਰਾਹਮਣ ਸੀ, ਉਹ ਸ਼ੂਦਰ ਸੀ, ਵੈਸ਼ ਸੀ, ਹਿੰਦਵੀ ਸੀ, ਪਾਰਸੀ ਸੀ, ਯਹੂਦੀ ਸੀ, ਨੇਪਾਲੀ, ਜਾਪਾਨੀ, ਅਸੀਂ ਕੋਈ ਸ਼ਬਦ ਨਹੀਂ ਵਰਤ ਸਕਦੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਮਾਤਮਾ ਜਿਹੜਾ ਹੈ ਉਹਦਾ ਕੋਈ ਚੱਕਰ ਚਿਹਨ ਵਰਨ ਜਾਤ ਨਹੀਂ ਹੈ। ਜੇਕਰ ਮਿਲਣਾ ਹੈ ਤੇ ਉਹਦਾ ਸੁਨੇਹਾ ਜਿਹੜਾ ਹੈ ਨਾ ਉਹ ਕੇਵਲ ਸੁਹਾਗਣਾ ਦੇ ਕੋਲ ਹੈ। ਤੇ ਸੁਹਾਗਣਾ ਤੋਂ ਭਾਵ ਉਹ ਪਿਆਰੇ ਜਿਨ੍ਹਾਂ ਨੇ ਪਰਮਾਤਮਾ ਦੇ ਆਨੰਦ ਨੂੰ ਮਾਨ ਲਿਆ ਹੈ। ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਹੀਓ। ਸਰਬ ਨਿਵਾਸੀ ਘਟ ਘਟ ਵਾਸੀ, ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਕਿਸੇ ਇੱਕ ਥਾਂ ਤੇ ਹੋ ਸਕਦਾ ਹੈ, ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਬਿਨ ਹਰ ਜਾਪਤ ਹੈ ਨਹੀਂ ਹੋਰ। ਆ ਜਿੰਨੇ ਹੁਣ ਚਾਰ ਕਿਸਮਾਂ ਸਤਿਗੁਰੂ ਮਹਾਰਾਜ ਨੇ ਲਈਆਂ, ਮ੍ਰਿਗ, ਮੀਨ, ਪੰਖੇਰੂ। ਹੁਣ ਇਹ ਤਿੰਨੇ ਹੀ ਨਾ, ਇੱਕ ਤਾਂ ਅਸਮਾਨ 'ਚ ਉੱਡਣ ਵਾਲੇ ਨੇ, ਇੱਕ ਧਰਤੀ ਤੇ ਤੁਰਨ ਫਿਰਨ ਵਾਲੇ ਨੇ, ਤੇ ਇੱਕ ਪਾਣੀ 'ਚ ਰਹਿਣ ਵਾਲੇ ਨੇ। ਇਹ ਸਤਿਗੁਰੂ ਮਹਾਰਾਜ ਇੱਕ ਇੱਕ ਇਹਨਾਂ ਦਾ ਅੰਸ਼ ਲੈ ਲਿਆ, ਇੱਕ ਇੱਕ ਉਦਾਹਰਨ ਦੇ ਵਜੋਂ ਉਹਨਾਂ ਨੂੰ ਲੈ ਲਿਆ। ਤੇ ਮਹਾਰਾਜ ਕਹਿੰਦੇ ਨੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਬਿਨ ਹਰ ਜਾਪਤ ਹੈ ਨਹੀਂ ਹੋਰ। ਕਹਿੰਦੇ ਨੇ ਸਾਨੂੰ ਵੀ ਨਹੀਂ ਸੁਣਦਾ ਪਿਆ, ਉਹ ਪਰਮਾਤਮਾ ਤੇ ਹਰ ਇੱਕ ਚੀਜ਼ ਦੇ ਵਿੱਚ ਗੂੰਜਦਾ ਪਿਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਪੁਰਾਣੇ ਸਮਿਆਂ 'ਚ ਜਦੋਂ ਖੂਹਾਂ ਦੇ ਵਿੱਚੋਂ ਪਾਣੀ ਕੱਢਣਾ ਤੇ ਉਹ ਹਰਟ ਚੱਲਣੀ ਨਾ, ਤੇ ਹਰਟ ਦੇ ਵਿੱਚੋਂ ਆਉਂਦੀ ਆਵਾਜ਼ ਸੁਣ ਕੇ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਹਰਟ ਪੀ ਤੂੰ ਤੂੰ ਕਰੇ। ਅਸੀਂ ਕਹਿੰਦੇ ਉਹਦੇ 'ਚ ਚੂੰ ਚੂੰ ਦੀ ਆਵਾਜ਼ ਆਉਂਦੀ ਆ, ਮਹਾਰਾਜ ਕਹਿੰਦੇ ਨੇ ਚੂੰ ਚੂੰ ਦੀ ਆਵਾਜ਼ ਨਹੀਂ ਆਉਂਦੀ, ਉਹਦੇ 'ਚ ਵੀ ਤੂੰ ਤੂੰ ਦੀ ਆਵਾਜ਼ ਆਉਂਦੀ ਆ। ਅਜੇ ਇਹ ਸਾਡੀ ਸਮਝ ਆ ਨਾ
कि असी केवल सुन ही नहीं सके। महाराज कहते ने जो बोलत है मृग मीन पखेरू, बिन हर जापत है नहीं होर। ओ सर्ब निवासी घट घट वासी, लेप नहीं अलपहियो। ਉਹ ਤੇ ਇਵੇਂ ਰਹਿੰਦਾ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ ਏ, ਪਰ ਉਹਦੀਆਂ ਪੰਖੜੀਆਂ ਪਾਣੀ 'ਚ ਗਿੱਲੀਆਂ ਨਹੀਂ ਹੁੰਦੀਆਂ। ਉਹ ਤਾਂ ਇਵੇਂ ਸੰਸਾਰ ਦੇ ਵਿੱਚ ਰਹਿੰਦਾ ਏ ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਤਾਰੀਆਂ ਲਾ ਲੈਂਦੀ ਆ, ਪਰ ਉਹਦੇ ਖੰਭ ਗਿੱਲੇ ਨਹੀਂ ਹੁੰਦੇ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, 9ਵੇਂ ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। पोह पमद ज्यों बास बस्त है, मोकर माहे जैसे शाई, तैसे ही हर बसे निरंतर घट ही खोजो भाई। सतगुरु महाराज कहते ने, काहे क्यों तू तुरिया फिरदा जंगलों दे विच। बाबा फरीद साहब जी कहते ने कि जंगल जंगल क्या भवे, वन कंडा मोड़े हैं, वसी रब हयालीए बाहर क्या ढूंढे हैं। कहते ने बाहर की लभदा, कंडे पैरां दे नाल तू मिधदा फिरदा है, रब तां हिरदे विच वसदा है। एक विद्वान संत हुई है इस्लाम धर्म दे विच, उनका नाम सी राबिया। राबिया दे कोल वड्डे वड्डे महापुरखां ने आउणा ते कुरान की तलावत सुन के जानी, कुरान के अर्थ सुन के जाने। एक दिन राबिया रात के समय चंद्रमा की रोशनी दे विच घर तो बाहर कुछ लभदी पई, ते कहंदे ने लभदी होई नूं उन्ने चिर नूं होर भी संत महापुरख उत्थे आ गए, ते उत्थे आके पुछदे ने, राबिया तेरा की गवाचिया जो तू इत्थे लभदी पई है। ਉਹ ਕਹਿੰਦੀ, ਸੱਚ ਕਰਕੇ ਜਾਣੋ, ਇੱਕ ਮੇਰੀ ਸੂਈ ਗਵਾਚ ਗਈ ਆ, ਮੈਂ ਉਹ ਸੂਈ ਲੱਭਦੀ ਪਈ ਆ। ਕਹਿੰਦੇ ਗਵਾਚੀ ਕਿੱਥੇ ਸੀ? ਕਹਿੰਦੇ ਅੰਦਰ ਗਵਾਚੀ ਸੀ। ਕਹਿੰਦੇ ਫਿਰ ਅੰਦਰ ਕਿਉਂ ਨਹੀਂ ਲੱਭਦੀ, ਬਾਹਰ ਕਿਉਂ ਲੱਭਦੀ ਪਈ ਆ? ਉਹ ਕਹਿੰਦੀ ਮੈਂ ਵੀ ਤਾਂ ਰੋਜ਼ ਇਹੀ ਆਖਦੀ ਪਈ ਆ, ਤੁਸੀਂ ਮੇਰੇ ਤੋਂ ਜੀ ਰੱਬ ਲੱਭਣ ਵਾਸਤੇ ਆਉਂਦੇ ਹੋ, ਰੱਬ ਤਾਂ ਤੁਹਾਡੇ ਹਿਰਦੇ ਵਿੱਚ ਬੈਠਿਆ, ਤੁਸੀਂ ਅੰਦਰ ਕਿਉਂ ਨਹੀਂ ਲੱਭਦੇ? ਕਿਉਂ ਰਾਬੀਆ ਨੂੰ ਆ ਕੇ ਪੁੱਛਦੇ ਆ ਕਿ ਰੱਬ ਕਿੱਥੇ ਹੈ? ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਰਬ ਨਿਵਾਸੀ घट घट वासी, लेप नहीं अलपहियो। ते गुरु तेग बहादुर महाराज कहते ने, काहे रे बन खोजन जाई, सर्ब निवासी सदा अलेपा तोही संग समाई। एक बेनती है, गुरु तेग बहादुर महाराज सच्चे पातशाह जी का आने वाले दिनों के विच मई महीने दे विच 400 साला प्रकाश गुरपुरब आ रहा है। सतगुरु महाराज धन गुरु तेग बहादुर इसे ही अमृतसर की पावन धरती ते गुरुद्वारा गुरु के महल सतगुरु महाराज जी का आगमन होया 1621 दे विच। सतगुरु गुरु तेग बहादुर महाराज जी की बाणी गुरु ग्रंथ साहिब महाराज विच 59 शब्द ने ते 57 सलोक ने। ते अज तो गिनती कर लो, जिन्ने क चिर नूं शताब्दी आउणी आ, तकरीबन 116 गिनती शब्दां ते सलोकां दी बनदी आ, ते इन्ने की दिन अगे बाकी ने। श्रोमणी गुरुद्वारा प्रबंधक कमेटी ते मानयोग प्रधान साहब आप संगतां दे सहयोग दे नाल इसे ही पावन धरती ते सतगुरां दी नगरी विच इह शताब्दी मनाई जानी आ। बेनती मैं ये कर लग्या सी कि सतगुरु महाराज कहंदे ने, एक गुरु दी मूरत हुंदी आ। असीं फोटोआं देखदे आ ना, असीं गुरु दीआं बचपन दीआं फोटोआं देखियां, जवानी दीआं देखियां, बजुर्ग अवस्था दीआं शहादत दीआं, पर सतगुरु महाराज कहंदे ने, गुरु दी फोटो नूं हिरदे विच वसा ला। गुर की मूरत मन मह ध्यान। सतगुरु महाराज कहते ने, वो किहड़ी फोटो लाउणी आ, मन दे विच किहड़ी फोटो लाएगा? सतगुरु महाराज कहते ने, गुर मूरत गुर शब्द है। गुरु दा शब्द आ जिहड़ी तुसीं बाणी रोज़ सुनदे हो ना, अज दा जिहड़ा तुसीं शब्द सुनिया, ये गुरु अर्जन देव महाराज जी दे हिरदे दी फोटो आ। ते जिहड़े इस शब्द नूं हिरदे विच वसा के लैके जाणगे ना, उन्हां नूं फिर बाहरों फोटोआं लभण दी लोड़ नहीं पएगी। बेनती है आप संगत नूं, तकरीबन उन्ने की शब्द ने 116 ते इन्ने की दिन बनते आ। रोज का एक शब्द जिहड़ा है, एक शब्द रोज का विचार के उनके अर्थां सहित पढ़ना शुरू कर दो, तो साडी याददाश्त किते इन्नी भी कमज़ोर तो नहीं कि सतगुरु महाराज पातशाह जी के 2 लाइनां दे सलोक नूं असीं याद ना कर सकीए। जे तां सतगुरु दे नाल प्यार है ना, तो फिर सानूं जरूर याद होवेगा। ते शताब्दी आउंदियां तक धन गुरु तेग बहादुर महाराज पातशाह जी दे पावन बाणी दे दर्शन तुसीं रोज़ कर लोगे, उन्नी देर तक संपूर्ण दर्शन हो जाणगे। सतगुरु महाराज जी ने किरपा कीती, कह लगे वो वाहिगुरू सर्ब निवासी आ, हर एक दे विच रहिंदा है, वखरा किते दूर नहीं हुंदा। गुरु नानक देव महाराज जी नूं इस तरह भी बयान कीता है, सब में जोत जोत है सोए, तिसते चानन सब में चानन होए, गुरसाखी जोत प्रगट होए।
ਇਹ ਕਿਸੇ ਕਿਸੇ ਨੂੰ ਦਿਸਦਾ ਹੈ ਜਿੰਦੇ ਅੰਦਰ ਮਾਲਕ ਦਾ ਪ੍ਰੇਮ ਜਾਗ ਜਾਂਦਾ ਹੈ। ਭਾਈ ਕਨ੍ਹਈਆ ਸਾਹਿਬ ਜੀ, ਜੰਗ ਹੁੰਦੀ ਹੈ ਆਨੰਦਪੁਰ ਸਾਹਿਬ ਦੇ ਅੰਦਰ, ਤੇ ਭਾਈ ਕਨ੍ਹਈਆ ਸਾਹਿਬ ਉਹ ਸੇਵਾ ਕਰਦੇ ਪਏ ਨੇ ਜਲ ਛਕਾਉਣ ਦੀ। ਹੁਣ ਸੇਵਾ ਕਰਦਿਆਂ ਜਦੋਂ ਜਲ ਛਕਾਉਂਦੇ ਪਏ ਨੇ, ਜਿੱਥੇ ਸਿੱਖ ਜ਼ਖਮੀ ਜਲ ਛਕਦੇ ਆ, ਭਾਈ ਕਨ੍ਹਈਆ ਜੀ ਉੱਥੇ ਵਿਰੋਧੀ ਜਿਹੜੇ ਲੜਨ ਵਾਸਤੇ ਆਏ ਸੀ ਉਹਨਾਂ ਨੂੰ ਵੀ ਜਲ ਛਕਾਇਆ। ਸ਼ਿਕਾਇਤ ਹੋ ਗਈ, ਕਹਿਣ ਲੱਗੇ ਮਹਾਰਾਜ ਇਹ ਤਾਂ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਪਏ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਕਿ ਕਹਿਣ ਲੱਗੇ ਦੱਸ ਭਾਈ ਕਨ੍ਹਈਆ ਜੀ, ਸੱਚਮੁੱਚ ਦੁਸ਼ਮਣ ਨੂੰ ਪਾਣੀ ਤੁਸੀਂ ਪਿਆਇਆ? ਭਾਈ ਕਨ੍ਹਈਆ ਜੀ ਕਹਿੰਦੇ ਮੈਨੂੰ ਤੇ ਦੁਸ਼ਮਣ ਦਿਸਿਆ ਕੋਈ ਨਹੀਂ। ਕਹਿੰਦੇ ਨੇ ਕਿਉਂ? ਕਹਿੰਦੇ ਮਹਾਰਾਜ ਜਿੰਦੇ ਮੂੰਹ 'ਚ ਵੀ ਮੈਂ ਪਾਣੀ ਪਾਉਣ ਲੱਗਦਾ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਹੀ ਦਿਖਾਈ ਦਿੰਦਾ ਹੈ। ਭਾਈ ਬਾਬਾ ਦੀਪ ਸਿੰਘ ਜੀ ਮਹਾਰਾਜ, ਸ਼ਹੀਦ ਬਾਬਾ ਦੀਪ ਸਿੰਘ ਜੀ ਛੋਟੀ ਜੀ ਉਮਰ 'ਚ ਗਏ ਨੇ ਆਨੰਦਪੁਰ ਸਾਹਿਬ, ਤੇ ਇਤਿਹਾਸ ਲਿਖਦਾ ਹੈ ਕਿ ਬਾਬਾ ਦੀਪ ਸਿੰਘ ਨਾ ਬਾਟੇ ਨੂੰ ਮਾਂਜਦੇ ਪਏ ਨੇ, ਬੜੀ ਜ਼ੋਰ ਦੇ ਨਾਲ ਬਾਰ-ਬਾਰ ਮਾਂਜਣ ਤੇ ਧੋ ਲੈਣ ਤੇ ਵੇਖਣ ਤੇ ਚਿਹਰਾ ਦਿਸ ਪਵੇ। ਗੁਰੂ ਨਾਨਕ ਦੇਵ ਮਹਾਰਾਜ ਪਿੱਛੇ ਆ ਕੇ ਖੜੇ ਹੋਏ ਤੇ ਕਹਿੰਦੇ ਦੀਪ ਸਿਆ ਬਾਟਾ ਮਾਂਜਿਆ ਗਿਆ ਏ, ਹੁਣ ਤੇ ਚਿਹਰਾ ਦਿਸਣ ਲੱਗ ਪਿਆ। ਬਾਬਾ ਦੀਪ ਸਿੰਘ ਜੀ ਹੱਥ ਜੋੜ ਕੇ ਆਖਦੇ ਸੱਚੇ ਪਾਤਸ਼ਾਹ ਅਜੇ ਵੀ ਬਾਟੇ ਦੇ ਵਿੱਚੋਂ ਦੀਪ ਸਿੰਘ ਦਿਸਦਾ ਏ, ਜਦੋਂ ਇਸ ਬਾਟੇ 'ਚੋਂ ਗੁਰੂ ਗੋਬਿੰਦ ਸਿੰਘ ਦਿਸਣ ਲੱਗ ਪਿਆ ਸਮਝੋ ਬਾਟਾ ਮਾਂਜਿਆ ਗਿਆ। ਆਉਨੇ ਅਸੀਂ ਗੁਰੂ ਘਰ ਦੇ ਵਿੱਚ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਏਤ ਦੁਆਰੇ ਧੋਏ ਹੱਛਾ ਹੋਏ ਸੀ, ਇਹ ਮਨ ਰੂਪੀ ਭਾਂਡਾ ਜੇ ਸਾਧ ਸੰਗਤ ਜੀ ਹੋਰ ਕਿਤੇ ਨਹੀਂ ਜੇ ਧੁੱਪਣਾ, ਇਹ ਤਾਂ ਕੇਵਲ ਗੁਰੂ ਚਰਨਾਂ ਵਿੱਚ ਆ ਕੇ ਧੁੱਪ ਸਕਦਾ ਹੈ। ਜਿੱਦਣ ਧੋਗੇ ਉਦਣ ਮਹਾਰਾਜ ਕਹਿਣਗੇ ਕਿ ਤੈਨੂੰ ਹੁਣ ਸਾਰੀਆਂ ਥਾਵਾਂ ਤੇ ਰੱਬ ਦਿਸਦਾ ਹੈ, ਉਹ ਹੈ ਸਾਰਿਆਂ ਵਿੱਚ, ਪਰ ਉਹਨੂੰ ਮਾਇਆ ਦਾ ਰਤਾ ਜਿੰਨਾ ਵੀ ਲੇਸ ਨਹੀਂ ਲੱਗਦਾ, ਲੇਪ ਛੇਪ ਨਹੀਂ ਲੱਗਦਾ। ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਹਿਓ। ਹੁਣ ਗੁਰੂ ਅਰਜਨ ਦੇਵ ਮਹਾਰਾਜ ਆਖਰਲੀ ਪੰਕਤੀ ਦੇ ਵਿੱਚ ਕਿਰਪਾ ਕੀਤੀ। ਮਹਾਰਾਜ ਜਿਹੜੇ ਤੁਸੀਂ ਉੱਤੇ ਦੱਸ ਦਿੱਤਾ ਕਿ ਉਹਦਾ ਕੋਈ ਚੱਕਰ ਚਿਹਨ ਨਹੀਂ, ਉਹ ਸਾਰਿਆਂ ਦੇ ਵਿੱਚ ਹੈ, ਉਹ ਦਿਸਦਾ ਨਹੀਂ, ਤੇ ਉਹਨੂੰ ਲੱਭਾਂਗੇ ਕਿਵੇਂ? ਕੋਈ ਸੌਖਾ ਜਿਹਾ ਤਰੀਕਾ ਸਤਿਗੁਰੂ ਮਹਾਰਾਜ ਦੱਸੋ। ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਕਿ ਉਹ ਪਰਮਾਤਮਾ ਜਿਹੜਾ ਹੈ ਨਾ, ਉਹ ਹੋਰ ਕਿਤੇੋਂ ਲੱਭਣ ਦੀ ਲੋੜ ਨਹੀਂ। ਜਿਹੜੇ ਰੱਬ ਦੇ ਨਾਮ ਨੂੰ ਸਿਮਰਦੇ ਪਏ ਆ ਨਾ, ਸੰਤ ਰਸਨ ਕੋ ਬਸ ਹਈਓ, ਕਹਿੰਦੇ ਉਹ ਸੰਤਾਂ ਦੀ ਜੀਭ ਦੇ ਉੱਤੇ ਵਸਦਾ ਪਿਆ ਹੈ। ਨਾਮ ਜਿਨ੍ਹਾਂ ਨੇ ਜਪਿਆ ਤੇ ਦੂਸਰਿਆਂ ਨੂੰ ਜਪਾਇਆ, ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਵਰਗੇ, ਸੰਤ ਬਾਬਾ ਸੁੰਦਰ ਸਿੰਘ ਜੀ ਵਰਗੇ, ਉਹਨਾਂ ਨੇ ਗੁਰਮਤ ਨੂੰ ਹੀ ਆਪਣਾ ਜੀਵਨ ਬਣਾ ਲਿਆ। ਤੇ ਬਾਣੀ ਆਖਦੀ ਪਈ ਹੈ ਜਿਨ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਰੱਬ ਨਹੀਂ ਭੁੱਲਿਆ, ਜੇ ਉਹਨਾਂ ਦੀ ਸੰਗਤ ਕਰ ਲੋ ਤੇ ਉਹਨਾਂ ਦੀ ਸੰਗਤ ਕੀਤਿਆਂ ਰੱਬ ਸਾਨੂੰ ਵੀ ਯਾਦ ਆ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਨੂੰ ਤਰਲੋਚਨ ਨੇ ਕਿਹਾ ਸੀ, ਕਹਿੰਦੇ ਨਾਮਦੇਵ ਤੂੰ ਰੋਜ਼ ਹੀ ਰੱਬ ਦੀਆਂ ਗੱਲਾਂ ਕਰੀ ਜਾਂਦਾ ਹੈ, ਤੂੰ ਰੋਜ਼ ਹੀ ਆਖਦਾ ਹੈ ਕਿ ਰੱਬ ਇਵੇਂ ਦਾ ਹੈ, ਉਹਦਾ ਨੱਕ ਇੰਨਾ ਸੋਹਣਾ, ਉਹਦੇ ਵਾਲ ਇੰਨੇ ਸੋਹਣੇ, ਉਹਦੀ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਪਰ ਸੱਚ ਕਰਕੇ ਜਾਣੀ ਤੂੰ ਗੱਲਾਂ ਹੀ ਕਰੇਗਾ ਕਿ ਮੈਨੂੰ ਕਦੀ ਦਰਸ਼ਨ ਵੀ ਕਰਾਏਗਾ। ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਤੇ ਘਰ ਛੱਡਣ ਦੀ ਲੋੜ ਨਹੀਂ, ਇਹ ਸੁੱਖ ਆਰਾਮ ਤਿਆਗਣ ਦੀ ਲੋੜ ਨਹੀਂ, ਕਰਨਾ ਕੀ ਪਵੇਗਾ? ਕੇਵਲ ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ ਹੈ ਨਾ, ਉਹਨੂੰ ਦ੍ਰਿੜ ਕਰ ਲਾ, ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ। ਤੇ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਆ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਸਤਿਗੁਰੂ ਮਹਾਰਾਜ ਜੀ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ ਉਹ ਰੱਬ ਮਿਲਦਾ ਹੈ ਤੇ ਜੇਕਰ ਸੰਗਤ ਉਹਨਾਂ ਦੀ ਕਰ ਲਈ ਜਾਏ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰੱਬ ਵਸਿਆ ਹੋਇਆ ਹੈ, ਤੇ ਕਹਿੰਦੇ ਉਸ ਸੰਗਤ ਦੇ ਵਿੱਚੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਆਓ ਹੁਣ ਲੜੀਵਾਰ ਸ਼ਬਦ ਜੋ ਚੱਲਦਾ ਪਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 851 ਦੇ ਉੱਪਰ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਵਾਰ ਹੈ ਬਿਲਾਵਲ ਰਾਗ ਦੇ ਅੰਦਰ। ਤੇ ਸਤਿਗੁਰੂ ਮਹਾਰਾਜ ਜੀ ਦੀ ਇਹ ਪੌੜੀ ਹੈ 7ਵੀਂ, ਤੇ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ 3 ਸ਼ਲੋਕ ਨਾਲ ਦਰਜ ਨੇ। ਪਹਿਲੇ ਸ਼ਲੋਕ ਦੀ ਵਿਆਖਿਆ ਆਪ ਜੀ ਸਰਵਨ ਪਹਿਲਾਂ ਕਰ ਚੁੱਕੇ ਹੋ, ਦੂਸਰਾ ਸ਼ਲੋਕ ਆਓ ਸਰਵਨ ਕਰੀਏ ਜੀ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਭਾਇਆ। ਹੁਣ ਅਸਲ ਦੇ ਵਿੱਚ ਗੁਰਮੁਖ ਦੇ ਅਰਥ ਨੇ ਕਿ ਜਿੰਦਾ ਗੁਰੂ ਦੇ ਵਾਲੇ ਪਾਸੇ ਮੂੰਹ ਹੋ ਗਿਆ,
ਜਿਹੜਾ ਗੁਰੂ ਦੇ ਵਾਲੇ ਪਾਸੇ ਮੁੱਖ ਰੱਖ ਕੇ ਤੁਰਦਾ ਹੈ। ਐਵੇਂ ਨਹੀਂ ਕਿ ਜਿਵੇਂ ਅਸੀਂ ਬੈਠ ਗਏ ਆ ਤੇ ਇਹ ਮੂੰਹ ਹੋਣਾ ਨਹੀਂ ਹੁੰਦਾ। ਮੂੰਹ ਹੋਣ ਤੋਂ ਭਾਵ ਹੈ ਕਿ ਜੋ ਗੁਰੂ ਨੇ ਕਾਰ ਕਹਿ ਦਿੱਤੀ, ਜੋ ਕੰਮ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਉਹ ਕਰਨਾ ਸਾਡਾ ਜੀਵਨ ਹੋਵੇ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਭਾਇਆ। ਹਰ ਰੰਗ ਤੋਂ ਭਾਵ ਕਿ ਉਹ ਪਰਮਾਤਮਾ ਦੇ ਨਾਮ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਹਰ ਵੇਲੇ ਖੁੱਭਿਆ ਰਹਿੰਦਾ ਹੈ। ਉਹਦੇ ਹਿਰਦੇ ਵਿੱਚ ਮਾਲਕ ਦਾ ਪ੍ਰੇਮ ਹੁੰਦਾ ਹੈ। ਤੇ ਨਾਉ ਹਰ ਕਾ ਨਾਉ ਮਨ ਭਾਇਆ, ਤੇ ਪਰਮਾਤਮਾ ਦੇ ਨਾਮ ਦੇ ਨਾਲ ਉਹਨੂੰ ਪ੍ਰੇਮ ਹੋ ਜਾਏ। ਹੁਣ ਸਤਿਗੁਰੂ ਮਹਾਰਾਜ ਜੀ ਇਹ ਕਿਰਪਾ ਕਰਦੇ ਹਨ। ਗੁਰਮੁਖ ਵੇਖਣ ਬੋਲਣਾ, ਨਾਮ ਜਪਤ ਸੁਖ ਪਾਇਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਮੁਖ ਦਾ ਵੇਖਣਾ ਕੀ ਹੁੰਦਾ ਹੈ। ਹੁਣ ਜਿਹਨੂੰ ਹਰ ਥਾਂ ਤੇ ਗੁਰੂ ਦਿਸਣਾ ਸ਼ੁਰੂ ਹੋ ਜਾਏ। ਗੁਰਮੁਖ ਦਾ ਬੋਲਣਾ ਕੀ ਹੁੰਦਾ ਹੈ? ਜਿੰਦੇ ਬੋਲਾਂ ਦੇ ਵਿੱਚੋਂ ਗੁਰੂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਏ। ਜੀਭ ਦੇ ਉੱਤੇ ਪਰਮਾਤਮਾ ਵਸਦਾ ਹੋਵੇ। ਜਿਵੇਂ ਸ਼ਬਦ ਦੇ ਆਖਰੀ ਬੰਦ ਸੀ ਕਿ ਸੰਤ ਰਸਨ ਕੋ ਬਸ ਹੀਓ, ਪਰਮਾਤਮਾ ਸੰਤਾਂ ਦੀ ਜੀਭ ਦੇ ਉੱਤੇ ਵਸਦਾ ਪਿਆ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਾਲਕ ਦਾ ਨਾਮ ਵਸਦਾ ਹੈ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਜਦੋਂ ਮਾਲਕ ਹਰ ਥਾਂ ਤੇ ਦਿਸਣ ਲੱਗ ਪਵੇ, ਹਰ ਜਗ੍ਹਾ ਤੇ ਉਹ ਦਿਖਾਈ ਦੇਣ ਲੱਗ ਪਵੇ। ਹੁਣ ਸਤਿਗੁਰੂ ਮਹਾਰਾਜ ਇਹ ਸੰਤ ਦੀ ਮਹਿਮਾ, ਉਹਨਾਂ ਗੁਰਮੁਖ ਪਿਆਰਿਆਂ ਦੀ ਮਹਿਮਾ ਬਾਣੀ ਦੇ ਵਿੱਚ ਬਹੁਤ ਦਰਜ ਕੀਤੀ। ਭਾਈ ਹਿਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੇ ਸਿੱਖ ਹੋਏ ਸੀ। ਛਪੜੀ ਦੇ ਵਿੱਚ ਬੈਠ ਕੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਪਏ ਨੇ, ਸੁਖਮਨੀ ਸਾਹਿਬ ਪੜ੍ਹਦੇ ਆ। ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਆਪ ਵਰਦੇ ਹੋਏ ਮੀਂਹ ਦੇ ਵਿੱਚ ਉਹਦੀ ਛਪੜੀ ਦੇ ਵਿੱਚ ਪਹੁੰਚ ਕੇ ਤੇ ਸਤਿਗੁਰੂ ਮਹਾਰਾਜ ਨੇ ਛਪੜੀ ਨੂੰ ਵੀ ਭਾਗ ਲਾ ਦਿੱਤੇ ਤੇ ਨਾਲੇ ਉੱਥੇ ਬਾਣੀ ਉਚਾਰਨ ਕਰ ਦਿੱਤੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੈਤਸੀ ਰਾਗ ਦੇ ਵਿੱਚ ਇਹ ਬਚਨ ਵੀ ਲਿਖਦੇ ਨੇ, ਬਸਤਾ ਟੁੱਟੀ ਚੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇਠਤਨ ਰੂਪਹੀਨ, ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੇ, ਪ੍ਰਭ ਹੋਏ ਸੋ ਪ੍ਰਸੰਨਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਐਸੇ ਪਿਆਰੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੋਵੇ, ਪਰਮਾਤਮਾ ਦੇ ਰੰਗ ਦੇ ਵਿੱਚ ਉਹ ਰੰਗੇ ਹੋਵਨ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ ਪੂਰਾ। ਮਹਾਰਾਜ ਕਹਿੰਦੇ ਨੇ ਉਹਨਾਂ ਦਾ ਸੰਗ ਮਿਲਿਆ, ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਪ੍ਰੇਮ, ਜਿੱਥੇ ਵੇਖਣ ਉੱਥੇ ਗੁਰੂ ਦਿਸੇ, ਜਿਸ ਥਾਂ ਤੇ ਉਹ ਸੁਣਨ ਉਥੋਂ ਗੁਰੂ ਦੀ ਆਵਾਜ਼ ਆਏ। ਤੇ ਨਾਮ ਜਪਦਿਆਂ ਹੋਇਆਂ ਨਾਮ ਜਪਤ ਸੁਖ ਪਾਇਆ, ਨਾਮ ਜਪਦਿਆਂ ਹੋਇਆਂ ਅੰਦਰ ਸ਼ੀਤਲ ਹੋ ਗਿਆ, ਅੰਦਰ ਵਿਕਾਰ ਸ਼ਾਂਤ ਹੋ ਗਏ। ਹੁਣ ਮਾਇਆ ਦੀ ਤਪਸ਼ ਅੰਦਰ ਨਹੀਂ ਸਾੜਦੀ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਤਿਮਰ ਅਗਿਆਨ ਤੋਂ ਭਾਵ ਹੈ ਕਿ ਜਿਵੇਂ ਮੱਸਿਆ ਦੀ ਰਾਤ ਨੂੰ ਘੁੱਪ ਹਨੇਰਾ ਹੋਵੇ ਨਾ ਤੇ ਆਪਣਾ ਹੱਥ ਵੀ ਨਾ ਦਿਸੇ। ਤਿਮਰ ਅਗਿਆਨ ਕਹਿੰਦੇ ਨੇ ਅਸਲ ਦੇ ਵਿੱਚ ਬੰਦਾ ਭਰਮਦਾ ਹੀ ਤਾਂ ਹੈ ਕਿਉਂਕਿ ਉਹਦੇ ਅੰਦਰ ਅਗਿਆਨਤਾ ਹੈ। ਅਗਿਆਨਤਾ ਤੇ ਕਰਕੇ ਹੀ ਉਹਨੂੰ ਰੱਬ ਦਿਖਾਈ ਨਹੀਂ ਦਿੰਦਾ ਪਿਆ। ਤੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਆ ਇਹ ਅਗਿਆਨ ਦਾ ਹਨੇਰਾ ਉਦਣ ਦੂਰ ਹੁੰਦਾ ਹੈ ਜਿੱਦਣ ਗੁਰੂ ਵੈਦ ਤੋਂ ਆ ਕੇ ਦਵਾਈ ਲਵੇਂਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤਿਮਰ ਅਗਿਆਨ ਅੰਧੇਰ ਚੁਕਾਇਆ। ਜਿੱਦਣ ਗੁਰੂ ਦਾ ਸੰਗ ਕਰ ਲੇਗਾ, ਮਨ ਕਰਕੇ ਗੁਰੂ ਦੇ ਕੋਲ ਬੈਠ ਜਾਏਗਾ। ਸਰੀਰ ਕਰਕੇ ਅਸੀਂ ਬੈਠਦੇ ਹਾਂ, ਸਤਿਗੁਰੂ ਕਿਤੇ ਕਿਰਪਾ ਕਰੇ ਸਰੀਰ ਦੇ ਨਾਲ ਮਨ ਵੀ ਬੈਠਣ ਲੱਗ ਪਏ। ਇਹ ਨਹੀਂ ਕਿ ਹੁਣ ਸਰੀਰ ਨੂੰ ਵੀ ਬਹਿਣੋਂ ਹਟਾ ਦਈਏ। ਸਤਿਗੁਰੂ ਮਹਾਰਾਜ ਕਿਰਪਾ ਕਰੇ ਸਰੀਰ ਦੇ ਨਾਲ ਮਨ ਬੈਠ ਜਾਏ। ਮਨ ਬੈਠ ਕੇ ਬਾਣੀ ਸੁਣੇ ਨਾ, ਫਿਰ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਡਾਕਟਰ ਪਰਚੀ ਤੇ ਲਿਖ ਕੇ ਦਵਾਈ ਦੇ ਦਿੰਦੇ ਨਾ ਕਿ ਜਾ ਕੇ ਲੈ ਲਵੀਂ ਤੇ ਖਾ ਲਈ, ਠੀਕ ਹੋ ਜਾਏਗਾ। ਪਰ ਗੁਰੂ ਅਰਜਨ ਦੇਵ ਮਹਾਰਾਜ ਐਸੇ ਵੈਦ ਨੇ, ਹਰ ਹਰ ਨਾਮ ਔਖਦ ਮੁਖ ਦੇਵੇ। ਉਹ ਲਿਖ ਕੇ ਨਹੀਂ ਸਤਿਗੁਰੂ ਮਹਾਰਾਜ ਦਿੰਦੇ, ਕਹਿੰਦੇ ਹੁਣੇ ਮੂੰਹ ਖੋਲ, ਹੁਣੇ ਮੂੰਹ ਦੇ ਵਿੱਚ ਦਵਾਈ ਪਾਵਾਂ ਤੇ ਹੁਣੇ ਤੇਰਾ ਜਨਮ ਮਰਨ ਕੱਟਿਆ ਜਾਏ। ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਹੁਣੇ ਵਾਹਿਗੁਰੂ ਬੋਲ, ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਸਤਿਗੁਰੂ ਮਹਾਰਾਜ ਕਿਰਪਾ ਰਹਿਮਤ ਬਖਸ਼ਿਸ਼ ਕਰਨ।
ਸਾਡਾ ਜੀਵਨ ਬਾਣੀ ਪੜ੍ਹਦਿਆਂ ਸਫਲ ਹੋ ਜਾਏ। ਆਪ ਸਾਰੀ ਹੀ ਸੰਗਤ ਦਾ ਹਾਰਦਿਕ ਤੌਰ ਤੇ ਧੰਨਵਾਦ। ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਬੀਬੀ ਜਗੀਰ ਕੌਰ ਜੀ, ਜਿਹੜੇ ਬੜੇ ਸੁਚੱਜੇ ਤੇ ਸਾਰਥਿਕ ਯਤਨ ਕਰਦੇ ਪਏ ਨੇ ਤਾਂ ਕਿ ਹਰ ਥਾਂ ਤੇ ਗੁਰਮਤਿ ਦਾ ਪ੍ਰਚਾਰ ਹੋ ਸਕੇ। ਬੀਬੀ ਜਗੀਰ ਕੌਰ ਹੁਣੀ ਸਤਿਗੁਰੂ ਮਹਾਰਾਜ ਕਿਰਪਾ ਕਰੇ ਕਿ ਇਸੇ ਤਰ੍ਹਾਂ ਕੌਮ ਪੰਥ ਦੀ ਉਹ ਸੇਵਾ ਕਰ ਸਕਣ। ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ, ਉਹਨਾਂ ਨੂੰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਬੈਠਦੇ ਆ ਤੇ ਸਤਿਗੁਰੂ ਮਹਾਰਾਜ ਜੀ ਦੀ ਉਹ ਪਾਵਨ ਉਹ ਧਰਤੀ ਹੈ ਜਿੱਥੇ ਕਦੀ ਬਾਬਾ ਬੁੱਢਾ ਸਾਹਿਬ ਜੀ, ਭਾਈ ਮਨੀ ਸਿੰਘ ਸਾਹਿਬ ਜੀ, ਬਹੁਤ ਪਿਆਰੇ ਸੰਤਾਂ ਮਹਾਂਪੁਰਖਾਂ ਦੇ ਉੱਥੇ ਚਰਨ ਪਏ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਨੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਹਾਰਦਿਕ ਤੌਰ ਤੇ ਧੰਨਵਾਦ। ਭਾਈ ਦਿਲਰਾਜ ਸਿੰਘ ਜੀ ਬੜੇ ਪਿਆਰ ਦੇ ਨਾਲ ਬਾਣੀ ਪੜ੍ਹੀ, ਸਰਵਨ ਆਪ ਸੰਗਤ ਨੂੰ ਕਰਾਈ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਜੀ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਗੁਰਮੁਖ ਵੇਖਣ ਬੋਲਣਾ, ਨਾਮ ਜਪਤ ਸੁਖ ਪਾਇਆ। ਨਾਨਕ ਗੁਰਮੁਖ ਗਿਆਨ ਪਰਗਾਸਿਆ। ਤਿਮਰ ਅਗਿਆਨ ਅੰਧੇਰ ਚੁਕਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ